ਦੋਸਤੋ ਸਾਹਿਤ ਦੀਆਂ ਗੱਲਾਂ ਆਪਾਂ ਹਰ ਹਫ਼ਤੇ ਕਰਦੇ ਆਂ। ਇੰਜ ਵੀ ਪੜ੍ਹਿਆ ਜਾ ਸਕਦਾ ਹੈ ਸਾਹਿਤ 'ਚ। ਅੱਜ ਹੀ ਮੈਨੂੰ ਅਮਰੀਕਾ ਤੋਂ ਸ਼ਾਇਰ ਦੋਸਤ ਅਜੇ ਤਨਵੀਰ ਹੋਰਾਂ ਦਾ ਫੋਨ ਆਇਆ ਤੇ ਅਸੀਂ ਨੈਚੁਰਲੀ ਸਾਹਿਤ ਦੀਆਂ ਪਰਿਵਾਰ ਤੇ ਸਾਹਿਤ ਦੀਆਂ ਗੱਲਾਂ ਹੋਣੀਆਂ ਹੁੰਦੀਆਂ ਨੇ। ਸਾਡੀ ਸਾਹਿਤਿਕ ਪਰਿਵਾਰ ਆ ਅਸੀਂ। ਗੱਲਾਂ ਗੱਲਾਂ 'ਚ ਹੱਸਦਿਆਂ ਕਹਿਣ ਲੱਗਾ ਆਲਾ ਬਾਬਾ ਨਾ ਸਾਹਿਤ ਜਿਹੜਾ ਹੈ ਉਹ ਲਾਇਬ੍ਰੇਰੀ 'ਚ ਬੈਠ ਕੇ ਕਿੱਥੇ ਪੜ੍ਹਿਆ ਜਾਂਦਾ ਹੈ। ਸਾਹਿਤ ਤਾਂ ਡਾਰੂ ਨਾਲ ਪੜ੍ਹਿਆ ਜਾਂਦਾ ਹੈ, ਮਸਾਣਾ 'ਚ ਬੈਠ ਕੇ, ਜੰਗਲ ਬਿਆਬਾਨਾਂ ਦੇ ਵਿੱਚ। ਮੈਂ ਵੀ ਉਸੇ ਮੂਡ 'ਚ ਸੀ। ਮੈਂ ਕਿਹਾ ਅੱਖਾਂ ਨਾਲ ਤਾਂ ਬਿਲਕੁਲ ਨਹੀਂ ਪੜ੍ਹਿਆ ਜਾਂਦਾ। ਅੱਖਾਂ ਤਾਂ ਨਹੀਂ ਸਾਹਿਤ ਪੜ੍ਹ ਸਕਦੀਆਂ। ਅਸੀਂ ਖਾਸਾ ਡੂੰਘੇ ਉਤਰ ਗਏ। ਅਜੀਬ ਗੱਲਾਂ ਲੱਗ ਸਕਦੀਆਂ ਦੋਸਤਾਂ ਨੂੰ, ਪਰ ਇਹ ਹੁੰਦਾ ਹੈ ਕਿ ਤੁਸੀਂ ਕਿਸ ਧਰਾਤਲ ਤੇ ਵਿਚਰ ਰਹੇ ਹੁੰਨੇ ਆ। ਉਹ ਕਹਿੰਦਾ ਮਲੰਗ ਨੱਚਦਾ, ਫਿਰ ਸਾਹਿਤ ਦੇ ਵਿੱਚ ਪਾਠਕ ਦਾ ਮਲੰਗ ਨੱਚਦਾ। ਤਾਂ ਮੇਰੇ ਲਾਈਨ ਦੇਸਰਪੁਰੀ ਹੋਰਾਂ ਦਾ ਗੀਤ ਸੀ। ਮੈਂ ਪੂਰਨ ਸ਼ਾਹ ਕੋਟੀ, ਮੇਰੇ ਦੋਸਤ ਬਜ਼ੁਰਗ ਸੰਗੀਤਕਾਰ ਆਏ, ਇੱਕ ਬੜੇ ਮਿੱਠੇ ਲੋਕ, ਵਧੀਆ ਲੋਕ, ਗਿਆਨੀ ਗੁਣੀ ਗਿਆਨੀ ਆਦਮੀ ਆ ਸੰਗੀਤ ਦਾ। ਤੇ ਉਹ ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣ ਗਿਆ ਤੇ ਉਹ ਲਾਈਨ ਗੁਣਗੁਣਾ ਰਿਹਾ ਸੀ। ਦੇਸਰਪੁਰੀ ਦਾ ਗੀਤ ਸੀ ਕਿ ਉਹਦੀ ਕੰਪੋਜੀਸ਼ਨ ਬਣਾ ਰਿਹਾ ਸੀ। ਤੇਰੇ ਬੁੱਲ ਨਾ ਫਰਕ ਦੇ ਦੇਖੇ ਨੀ ਅੱਖਾਂ 'ਚ ਮਲੰਗ ਨੱਚਦਾ। ਤੇ ਮੈਂ ਸੋਚਦਾ ਰਿਹਾ ਉਹ ਗੀਤ ਦੇ। ਮੈਂ ਕਿਹਾ ਯਾਰ ਗੀਤਾਂ ਦੇ ਵਿੱਚ ਵੀ ਸਾਹਿਤਿਕਤਾ ਹੈ ਸੀ। ਸਾਡੇ ਕਿਤੇ ਗੁੰਮ ਗੁਆਚ ਗਈ ਹੈ ਉਹ ਸਾਹਿਤਿਕਤਾ। ਚਿੱਠੀ ਵਿੱਚ ਭੇਜ ਰਹੀ ਹਾਂ ਤੋਤੇ ਦੀ ਅੱਖ ਬਣਾ ਕੇ, ਮੁਹੰਮਦ ਸਦੀਕ ਰਣਜੀਤ ਕੌਰ ਹੋਰਾਂ ਦਾ ਗਾਇਆ ਹੋਇਆ ਸੀ। ਮੈਨੂੰ ਸੱਚੀ ਮੁੱਚੀ ਜਾਪੇ ਜਿਵੇਂ ਖੰਭ ਲੱਗ ਗਏ, ਯਾਨੀ ਮੋੜ ਵਾਲੀ ਪਿੱਪਲੀ ਨੂੰ ਅੰਬ ਲੱਗ ਗਏ। ਯਾਨੀ ਉਹ ਗੀਤ ਮੇਰੇ ਜ਼ਿਹਨ 'ਚ ਆਉਂਦੇ ਰਹੇ ਕਿ ਗੀਤਾਂ ਦੇ ਵਿੱਚ ਵੀ ਜਾਂ ਈਵਨ ਉਸ ਵੇਲੇ ਅਜੇ ਤਨਵੀਰ ਮੇਰਾ ਵੀਰ ਇਹ ਪੀਤਾ ਚੰਦੇਲੀ ਵਾਲਾ ਹੁੰਦਾ ਸੀ। ਇਹਦੇ ਗੀਤਾਂ ਦੀਆਂ ਕਈ ਲਾਈਨਾਂ ਫਿਕਰਿਆਂ ਦੇ ਅਸੀਂ ਗੱਲਾਂ ਕਰਦੇ ਰਹੇ। ਤਾਂ ਮੈਂ ਫਿਰ ਦੇਖਿਆ ਵੀ ਨਾਟ ਓਨਲੀ ਦਿਸ ਕਿ ਵੀ ਅਸੀਂ ਕਿਵੇਂ ਪੜ੍ਹਨਾ ਕਿਵੇਂ ਹੈ ਸਾਹਿਤ ਨੂੰ, ਜਾਂ ਸਾਹਿਤ ਕਿਵੇਂ ਆਪਣੇ ਆਪ ਨੂੰ ਪੜ੍ਹਾ ਲੈਂਦਾ ਸਾਡੇ ਕੋਲੋਂ, ਜਾਂ ਸਾਹਿਤ ਕਿੱਥੇ ਆਣ ਕੇ ਤੁਹਾਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਉਸ ਮਰਹਲੇ 'ਤੇ ਆਣ ਕੇ ਫਿਰ ਮੈਂ ਦੇਖਦਾ ਕਿ ਪੰਜਾਬੀ ਸਾਹਿਤ ਦੇ ਵਿੱਚ ਆਇਆ ਕੋਈ ਇਸ ਤਰੀਕੇ ਦੇ ਐਕਸਪੈਰੀਮੈਂਟਸ ਵੀ ਲੱਭਦੇ ਨੇ, ਜਿਹੜੇ ਐਕਸਪੈਰੀਮੈਂਟਸ ਸਾਨੂੰ ਐਵੇਂ ਬੱਝਵੇਂ ਜਿਹੇ ਬੰਦੇਜਾਂ 'ਚ, ਜਾਂ ਉੱਥੇ ਜਿੱਥੇ ਫਿਰ ਅਸੀਂ ਡਾਰੂ ਤੇ ਸਾਹਿਤ ਪੜ੍ਹਨਾ ਹੁੰਦਾ ਹੈ, ਜਿੱਥੇ ਫਿਰ ਪਾਠਕ ਨੇ ਮਲੰਗ ਬਣਨਾ ਹੁੰਦਾ ਹੈ, ਉਹੋ ਜਿਹੀਆਂ ਵੀ ਕੋਈ ਫਰੀਡਮਸ ਪੰਜਾਬੀ ਸਾਹਿਤ ਦੇ ਵਿੱਚ ਲੱਭਦੀਆਂ ਨੇ। ਮੈਨੂੰ ਕੁਝ ਲੱਭੀਆਂ ਪੁਰਾਣੇ ਬਜ਼ੁਰਗਾਂ 'ਚ, ਮੈਨੂੰ ਲੱਭੀਆਂ ਉਹ ਗੱਲਾਂ। ਹਾਂ ਯਾਰ, ਇੱਕ ਖਤ ਤੇਰੇ ਨਾਮ ਡਾਕਟਰ ਹਰਭਜਨ ਸਿੰਘ ਹੋਰੀ ਲਿਖਦੇ ਹੁੰਦੇ ਸੀਗੇ, ਔਰ ਉਹ ਰਾਈਟਰ ਨੂੰ ਸੰਬੋਧਨ ਕਿਹਾ, ਬਾਬੇ ਫਰੀਦ ਨੂੰ ਸੰਬੋਧਨ ਕਰਕੇ ਲਿਖ ਰਹੇ ਨੇ। ਉਹ ਕਿਆ ਰਾਮ ਸਰੂਪ ਅਣਖੀ ਹੋਰਾਂ ਨੂੰ ਸੰਬੋਧਨ ਕਰ ਰਹੇ ਨੇ, ਜਾਂ ਫਿਰ ਦਲੀਪ ਕੌਰ ਟਵਾਣਾ ਹੋਰਾਂ ਨੂੰ, ਔਰ ਧੱਜੀਆਂ ਉਡਾ ਦਿੰਦੇ ਸੀਗੇ ਉਹ। ਜੇ ਕਿਤੇ ਨਾ ਕਿਤੇ ਕੋਈ ਨੁਕਸ ਜਾਂ ਐਸੀ ਗੱਲ ਲੱਭਦੀ ਸੀ ਉਹਨਾਂ ਨੂੰ ਜਿਹੜੀ ਅਸਾਹਿਤਿਕ ਹੁੰਦੀ ਸੀ, ਜਿਹੜੀ ਸਾਹਿਤ ਨਾ ਸੀ। ਮੈਂ ਹੋਰ ਐਕਸਪੈਰੀਮੈਂਟਸ ਉਹ ਵੀ ਦਿਨ ਸਨ। ਮੈਨੂੰ ਉਹ ਅਰਜਨ ਸਿੰਘ ਗੜਗੱਜ ਹੋਰੀ, ਬਜ਼ੁਰਗ ਸਾਡੇ ਦੇਸ਼ ਭਗਤ ਲੋਕ, ਜਿਹੜੇ ਵਾਰਤਕ ਦੇ ਵਿੱਚ ਐਸੀਆਂ ਉਹ ਯਾਦਾਂ ਜਾਂ ਉਹ ਸਾਰੇ ਦਾ ਸਾਰਾ ਮਰਹਲਿਆਂ ਨੂੰ ਲਿਖਦੇ ਹੈ। ਮੈਨੂੰ ਲੱਗਾ ਨਵਾਂਪਣ ਹੈ ਸੀ। ਜਾਂ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦਾ ਉਹ ਸਾਰਾ ਰਵਾਨਗੀ ਵਾਲਾ ਵੇਗ ਮੈਂ ਬੈਰਾਗ ਮੈਂ ਵਾਰਤਕ 'ਚ ਲੱਗਾ ਨਹੀਂ। ਹਾਂ, ਐਕਸਪੈਰੀਮੈਂਟ ਹੋਏ ਨੇ। ਜਾਂ ਇੱਕ ਹੁਣ ਖਿਣ ਤਾਜ਼ਾ ਪਿੱਛੇ ਜਿਹੇ ਕੁਝ ਇੱਕ ਅੱਧਾ ਦਹਾਕੇ ਦੀ ਮੇਰੇ ਖਿਆਲ ਦੇ ਨਾਲ ਹੋਏਗੀ ਗੱਲ, ਕਿ ਹੁਣ ਖਿਣ ਅਮਰਜੀਤ ਚੰਦਨ ਹੋਰੀ ਪ੍ਰਯੋਗ ਕਰਦੇ ਰਹਿੰਦੇ ਨੇ ਵੱਖ-ਵੱਖ। ਹੁਣੇ ਤਾਜ਼ਾ ਉਹਨਾਂ ਦੀ ਕਿਤਾਬ ਆਈ ਹੈ, ਫੋਟੋਆਂ ਤਸਵੀਰਾਂ ਨੂੰ ਲੈ ਕੇ ਕੁਝ ਆਰਟੀਕਲ ਨੇ ਉਹਨਾਂ ਦੇ ਜਾਂ ਹੋਰ ਆਰਟੀਕਲ। ਤਾਂ ਹੁਣ ਖਿਣ ਸੋਹਣ ਕਾਦਰੀ ਹੁਣਾਂ ਨਾਲ ਉਹਨਾਂ ਦੀ
ਬਾਤਚੀਤ ਹੈ, ਗੱਲਬਾਤ ਹੈ, ਸੰਵਾਦ ਹੈ, ਕਿਵੇਂ ਉਹ ਗੱਲਾਂ ਕਰਦੇ ਨੇ। ਤੇ ਸੋਹਣ ਕਾਦਰੀ ਕਹਿੰਦਾ ਕਿ ਕੁੜੀ ਮਿਲਦੀ ਹੈ ਮੈਨੂੰ 20 ਸਾਲ ਬਾਅਦ, ਉਸੇ ਹੀ ਸ਼ਿੱਦਤ 'ਚ, ਉਸੇ ਹੀ ਰੰਗ 'ਚ। ਉਹ 20 ਸਾਲ ਇੱਕ ਖਿਣ 'ਚ ਸਿਕੜ ਜਾਂਦੇ ਨੇ। ਆ ਯਾਰ ਐਸੀਆਂ ਐਸੀਆਂ ਉਹਦੇ ਵਿੱਚ ਦਾਰਸ਼ਨਿਕ ਗੱਲਾਂ ਕੀਤੀਆਂ ਹੋਈਆਂ ਸੀ। ਔਰ ਉਹ ਕਿਵੇਂ ਦੱਸਦੇ ਨੇ ਕਿ ਕੁਦਰਤ ਇੱਕ ਮਹਾ ਸੰਲਾਪ 'ਚ, ਇੱਕ ਗਲੋਕੜੀਆਂ 'ਚ ਲੱਗੀ ਹੋਈ ਹੈ। ਸ਼ਬਦ ਜਿਹੜੇ ਆ, ਭਾਸ਼ਾ ਜਿਹੜੀ ਆ, ਉਹ ਆਪਣੇ ਮੂਲ ਨਾਦ ਬਿੰਦੂ ਨਾਲ ਗੱਲੀ ਲੱਗੀ ਹੋਈ ਹੈ। ਔਰ ਨਾਦ ਬਿੰਦੂ ਕਿਵੇਂ ਸ਼ੂਨਿਆ ਨਾਲ ਗੱਲਾਂ ਲੱਗਾ ਹੋਇਆ। ਇਸੇ ਤਰ੍ਹਾਂ ਫਿਲੋਸਫੀ ਦੀਆਂ ਗੱਲਾਂ ਪੰਜਾਬੀ ਸਾਹਿਤ ਦੇ ਵਿੱਚ ਕਰਦੇ ਨੇ, ਲੰਬਾ ਲੰਬਾ ਚਲਿਆ ਜਾਂਦਾ ਹੈ। ਐਵੇਂ ਹੀ ਤਨਵੀਰ ਆਪਣੀ, ਸੌਰੀ ਮੈਂ ਤਨਵੀਰ ਦੀ ਗੱਲ ਕਰ ਰਿਹਾ, ਗੁਰਪ੍ਰੀਤ ਹੋਰੀ ਜਿਹੜੇ ਨੇ, ਗੁਰਪ੍ਰੀਤ ਮਾਨਸਾ ਵਾਲਾ ਸਾਡਾ ਸ਼ਾਇਰ ਦੋਸਤ, ਉਹ ਦੇਵਨੀਤ ਦੇ ਨਾਲ 2 ਕੱਪ ਚਾਹ, ਉਹਨਾਂ ਦੀ ਕਿਤਾਬ ਆਈ ਤੇ ਉਹਨਾਂ ਨੇ ਆਪਸ ਵਿੱਚ ਹੀ ਗੱਲਾਂ ਐਸੀਆਂ, ਉਹ ਲਿਟਰੇਚਰ ਬਾਰੇ, ਉਹ ਦੇਵਨੀਤ ਦੇ ਲਿਟਰੇਚਰ ਬਾਰੇ, ਉਹ ਵਰਲਡ ਦੇ ਲਿਟਰੇਚਰ ਬਾਰੇ। ਮਾਨਸੇ ਵਾਲਿਆਂ ਨੂੰ ਮੈਂ ਨਾ ਇਸ ਕਰਕੇ ਮੁਹੱਬਤ ਕਰਦਾ। ਇਹਨਾਂ ਲੋਕਾਂ ਨੇ ਆਰਟ ਦੀ ਫਾਰਮ 'ਤੇ ਕੰਮ ਕੀਤਾ ਹੋਇਆ ਲੱਭੇਗਾ ਤੁਹਾਨੂੰ। ਇਹਨਾਂ ਲੋਕਾਂ ਨੇ ਵਰਲਡ ਦੇ ਉਹ ਲਿਟਰੇਰੀ ਸਰਕਲ 'ਚ ਵਿਚਰੇ ਹੋਏ ਲੱਭਣਗੇ ਜਿੱਥੇ ਸਾਡੇ ਆਮ ਪੰਜਾਬੀ ਦੇ ਪ੍ਰੋਫੈਸਰ ਵੀ ਨਹੀਂ ਮੈਨੂੰ ਲੱਭਦੇ। ਉੱਥੇ ਉਹਨਾਂ ਥਾਵਾਂ 'ਤੇ ਉਹਨਾਂ ਰਾਈਟਰਸ ਦੇ ਕੋਲ ਵਿਚਰਦੇ, ਉਨੀ ਡੂੰਘਾਣ ਨਾਲ ਵਿਚਰਦੇ, ਉਨੀ ਡੂੰਘਾਣ ਨਾਲ ਅਨੁਵਾਦ ਕਰਦਿਆਂ। ਮੇਰੇ ਤਨਵੀਰ ਮਨ 'ਚ ਆਇਆ ਸੀ, ਮਾਨਸਾ ਤੋਂ ਸਾਡਾ ਸ਼ਾਇਰ ਮਿੱਤਰ, ਉਹਨੇ ਜੋ ਵਰਲਡ ਪੋਇਟਰੀ ਨੂੰ ਅਨੁਵਾਦ ਕੀਤਾ ਪਿਛਲੇ ਦਿਨਾਂ ਦੇ ਵਿੱਚ, ਉਹਨੇ ਕਿਹਾ ਗਜ਼ਬ ਦਾ ਕੰਮ ਕੀਤਾ ਯਾਰ। ਜਾਂ ਉਹਨੇ ਵਰਲਡ ਦੀਆਂ ਫਿਲਮਾਂ ਨੂੰ ਦੇਖ ਦੇਖ ਕੇ ਆਪਣੇ ਫੇਸਬੁੱਕ ਕਲਿੱਪਸ ਪਾਉਣੇ ਸ਼ੁਰੂ ਕੀਤੇ। ਮੈਂ ਨਵੇਂ ਅੰਕ ਦੇ ਵਿੱਚ ਲਕੀਰ 'ਚ ਉਹ ਛਾਪੇ ਵੀ ਆ। ਤਾਂ ਮੈਂ ਤੇ ਗੁਰਪ੍ਰੀਤ ਗੱਲਾਂ ਕਰ ਰਹੇ ਸੀਗੇ ਕਿ ਯਾਰ ਇਹ ਤਨਵੀਰ ਫਿਲਮਾਂ ਦੇ ਬਹਾਨੇ ਆਪਣੀਆਂ ਕਵਿਤਾਵਾਂ ਲਿਖ ਰਿਹਾ, ਇਹ ਨਜ਼ਮਾਂ ਨੇ ਉਹਦੀਆਂ। ਫਿਲਮ ਤਾਂ ਬਹਾਨਾ ਹੈ, ਫਿਲਮ ਤਾਂ ਇਹਨੇ ਦੇਖ ਲਈ ਹੈ, ਇਹਦੇ ਅੰਦਰੋਂ ਨਜ਼ਮਾਂ ਪ੍ਰਸਫੁਟਿਤ ਹੋ ਰਹੀਆਂ ਨੇ ਲਗਾਤਾਰ। ਔਰ ਤਨਵੀਰ ਦੱਸ ਰਿਹਾ ਸੀ ਕਿ ਕਿਵੇਂ ਮੈਂ ਕਹਿੰਦਾ ਲੇਜ਼ੀ ਆ, ਮੈਂ ਲੇਟ ਉੱਠਦਾ ਆ, ਪਰ ਇਹਨਾਂ ਡਿਊਰਿੰਗ ਦੀਜ਼ ਪੀਰੀਅਡਸ ਜਦੋਂ ਇਹ ਸਾਰਾ ਉਹ ਕੰਮ ਕਰ ਰਿਹਾ ਆ ਤਾਂ ਕਿਵੇਂ ਉਹ ਰਾਤ ਨੂੰ ਫਿਲਮ ਦੇਖਦਾ ਤੇ ਸਵੇਰੇ ਅਰਲੀ ਮਾਰਨਿੰਗ ਉੱਠਦਾ ਤੇ ਕੌਣ ਉਹਨੂੰ ਉਠਾਉਂਦਾ। ਕਹਿੰਦਾ ਮੈਨੂੰ ਨਹੀਂ ਸਮਝ ਲੱਗਦੀ। ਉਹ ਫਿਰ ਉਹੀ ਮੈਨੂੰ ਲੱਗਾ ਵੀ ਯਾਰ ਇਹ ਤਾਂ ਕੋਈ ਬੌਰਾਏ ਪਲ ਹੁੰਦੇ ਨੇ, ਇਹ ਤਾਂ ਫਿਰ ਉਹ ਮਲੰਗੀ ਨਾਚ ਹੁੰਦਾ ਆ। ਇਹ ਤਾਂ ਉਹੀ ਆ ਜਿਹੜਾ ਡੌਰੂ ਦੇ ਉੱਤੇ ਫਿਰ ਪਾਠਕ ਜਦੋਂ ਨੱਚਦਾ ਹੈ ਤੇ ਖੁਦ ਰਾਈਟਰ ਬਣ ਜਾਂਦਾ ਆ ਜੀ ਇਸ ਵੇਲੇ। ਤਾਂ ਇਸ ਤਰ੍ਹਾਂ ਦੇ ਪ੍ਰਯੋਗਾਂ ਦੇ ਵਿੱਚ ਮੈਨੂੰ ਪ੍ਰੇਮ ਪ੍ਰਕਾਸ਼ ਹੋਰੀ ਯਾਦ ਆਉਣ ਡਿਆ ਸੀ। ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕੁਝ ਕਹਾਣੀਆਂ ਦੇ ਬੀਜ ਲਿਖੇ ਸੀਗੇ ਤਾਂ ਮੈਨੂੰ ਬਿਲਕੁਲ ਨਵੇਕਲੀ ਗੱਲ ਲੱਗੀ ਸੀ ਕਿ ਹਾਂ ਯਾਰ ਕਹਾਣੀ ਜਿੱਥੋਂ ਪ੍ਰਸਫੁਟਿਤ ਹੁੰਦੀ ਹੈ, ਜਿੱਥੇ ਬੀਜ ਪਏ ਆ ਕਹਾਣੀ ਦੇ, ਤਾਂ ਪ੍ਰੇਮ ਪ੍ਰਕਾਸ਼ ਉੱਥੋਂ ਉਹਨਾਂ ਬਾਰੇ ਉਹਨਾਂ ਨੇ ਲਿਖਿਆ ਹੋਇਆ ਸੀਗਾ। ਕੁਛ ਨਵਾਂ ਤਾਜ਼ਾ ਇਸ ਤਰੀਕੇ ਦਾ ਮੈਨੂੰ ਲੱਭਦਾ ਗਿਆ ਜਿਹੜਾ ਹੈ ਸੀ। ਤਾਂ ਉਹਦੇ ਵਿੱਚੋਂ ਸਭ ਤੋਂ ਤਾਜ਼ਾ ਜਿਹੜਾ ਹੈ ਉਹ ਗੁਰਪ੍ਰੀਤ ਦੀ ਤਾਜ਼ਾ ਹੀ ਆਈ ਕਿਤਾਬ ਹੈ, ਡਾਇਰੀ ਹੈ ਉਹਦੀ, ਜਿਹੜੀ ਡਾਇਰੀ ਉਹ ਲਿਖ ਰਿਹਾ ਦਹਾਕਿਆਂ ਤੋਂ, ਸਹਿਜ ਸੁਭਾਅ। ਔਰ ਇਹ ਸਾਰਾ ਸਹਿਜ ਸੁਭਾਅ ਹੈ। ਇਸ ਡਾਇਰੀ ਦਾ ਸੁਭਾਅ ਇੰਨਾ ਸਹਿਜ ਹੈ ਕਿ ਤੁਸੀਂ ਇਹਨੂੰ ਮਸਤੀ ਦੇ ਨਾਲ, ਔਰ ਜੇ ਕਿਤੇ 4 ਲਾਈਨਾਂ ਲਿਖੀਆਂ ਹੋਈਆਂ ਨੇ ਇੱਕ ਪੰਨੇ ਦੇ ਉੱਤੇ, ਉਹ ਬਾਕੀ ਪੰਨੇ ਨੂੰ ਸਪੇਸ ਦਿੱਤੀ ਹੋਈ ਆ, ਤਾਂ ਤੁਸੀਂ ਵੀ ਸੁੱਖ ਦਾ ਇੱਕ ਸਾਹ ਲੈਣੇ ਆ। ਉਹ ਸਪੇਸ ਬੋਲਣ ਲੱਗ ਜਾਂਦੀ ਆ। ਉਹ ਤੁਹਾਨੂੰ ਸਪੇਸ ਕਹਿੰਦੀ ਆ ਫੈਲ, ਨੱਚ, ਤੈਨੂੰ ਮੈਂ ਸਪੇਸ ਦਿੱਤੀ ਆ, ਤੂੰ ਡੌਰੂ ਤੇ ਨੱਚ, ਤੂੰ ਆਪਣੀ ਐਸ ਸਾਰੀਆਂ 4 ਲਾਈਨਾਂ ਨੂੰ ਨਾ ਸੈਲੀਬ੍ਰੇਟ। ਇਹਦੇ ਵਿੱਚ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਤੁਸੀਂ ਸੈਲੀਬ੍ਰੇਟ, ਅਸੀਂ ਜਦੋਂ ਇਸ ਪੋਸਟ ਮਾਡਰਨ ਐਰਾ 'ਚ ਸੈਲੀਬ੍ਰੇਸ਼ਨ ਦੀਆਂ ਗੱਲਾਂ ਕਰਦੇ ਨੇ ਤਾਂ ਸਾਡੇ ਕਈ ਕਾਮੇਡੀ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਮਾਰਕਸਵਾਦੀ ਕਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਹੈਗੇ ਵੀ ਨੇ ਬੰਦੇ ਮਿੱਤਰ ਨੇ ਆਪਣੇ, ਤਾਂ ਉਹਨਾਂ ਨੂੰ ਆਬਜੈਕਸ਼ਨ ਹੋ ਜਾਂਦਾ। ਪਰ ਮੈਂ ਕਹਿੰਦਾ ਇੱਕ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਸਾਡੀ ਆਪਣੀ ਪੂਰਬੀ ਸੱਭਿਆਚਾਰ ਦੀ ਸੈਲੀਬ੍ਰੇਸ਼ਨ ਜਿਹੜੀ ਹੈ, ਜਾਂ ਜਦੋਂ ਅਸੀਂ ਖੁਸ਼ੀ 'ਚ ਹੰਝੂ ਬਹਾਉਂਦੇ ਹਾਂ ਹੈ ਨਾ, ਤਾਂ ਮੈਂ ਇਹ ਦੇਖਦਾ ਕਿ ਮੈਂ ਉਹਦਾ ਮਾਇਨਾ ਕੀ ਹੈ, ਸਾਹਿਤਿਕ ਮਾਇਨਾ ਕੀ ਆ ਯਾਰ, ਅਥਰੂ ਕੇਰਨ ਦਾ, ਰੋਣ ਦਾ ਸਾਹਿਤਿਕ ਮਾਇਨਾ ਕੀ ਆ। ਤਾਂ ਮੈਂ ਯਾਰ ਕਿਹਨਾਂ ਦੀ ਸੰਗਤ 'ਚ ਤੁਸੀਂ ਰੋ ਸਕਦੇ ਆ। ਮੈਂ ਗੁਰਪ੍ਰੀਤ ਦੀ ਡਾਇਰੀ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰਦਾ ਆ। 109 ਪੇਜ ਤੋਂ ਮੈਂ ਉਹਨਾਂ ਆਪਣੀ ਗੱਲ ਕਰਦਾ ਹੈ ਗੁਰਪ੍ਰੀਤ।
ਤੁਸੀਂ ਸਾਹਿਤਕ ਕਿਵੇਂ ਹੋਣਾ। ਐਸੇ ਨੁਕਤੇ ਨੇ ਇਸ ਕਿਤਾਬ ਨੂੰ, ਇਸ ਡਾਇਰੀ ਨੂੰ ਪੜ੍ਹਦਿਆਂ ਤੁਹਾਡੇ ਕੋਲ ਸਾਹਿਤ ਕੀ ਹੁੰਦਾ ਹੈ, ਸਾਹਿਤਕਾਰ ਕੀ ਹੁੰਦਾ ਹੈ, ਕਵੀ ਕੀ ਹੁੰਦਾ ਹੈ, ਕੌਣ ਕਵੀ ਹੋ ਸਕਦਾ, ਕਦੋਂ ਕਵੀ ਹੋ ਗਿਆ ਹੁੰਦਾ ਹੈ, ਉਹ ਹੋ ਗਿਆ ਉਹਨੂੰ ਪਤਾ ਹੈ ਜਾਂ ਨਹੀਂ ਹੈ। ਗੁਰਪ੍ਰੀਤ ਇੱਕ ਬੜੀ ਵਧੀਆ ਗੱਲ ਕਰਦਾ ਕਿ ਭਾਈ ਉਹ ਸਾਡੇ ਆ ਫਲਾਂ ਏਰੀਆ ਦੇ ਵਿੱਚ ਨਾ ਬਰਸਾਤ ਆਵੇ ਤਾਂ ਪਾਣੀ ਖੜ ਜਾਂਦਾ ਤੇ ਉਹ ਪਰਲੇ ਬੰਨੇ ਜਾਣਾ ਪੈਂਦਾ, ਉਹ ਭੀੜੀ ਗਲੀ ਹੈ ਤੇ ਮੂਹਰਲੇ ਅਗਲੇ ਪਿਛਲੇ ਦੇ ਕਈ ਵਾਰੀ ਅੜਿੱਕਾ ਬਣ ਜਾਂਦੇ ਨੇ। ਉਹ ਕਹਿੰਦਾ ਜੇ ਮੈਂ ਲੰਘ ਰਿਹਾ ਸਕੂਟੀ ਤੇ ਸਕੂਲ ਜਾਣਾ ਹੈ ਤੇ ਮੈਨੂੰ ਕਾਹਲ ਹੈ ਤੇ ਮੂਹਰੇ ਰਕਸ਼ੇ ਵਾਲਾ ਆਟੋ ਵਾਲਾ ਕੋ ਆ ਗਿਆ ਤੇ ਫਸ ਗਿਆ ਸੀ, ਗਲਤੀ ਉਹਦੀ ਹੈ, ਉਹਨੂੰ ਦੇਖ ਲੈਣਾ ਚਾਹੀਦਾ ਸੀ, ਮੈਂ ਜ਼ਿਆਦਾ ਅੱਗੇ ਆ ਗਿਆ ਸੀਗਾ, ਉਹ ਰੁਕ ਜਾਂਦਾ ਤੇ ਮੈਂ ਨਿਕਲ ਜਾਂਦਾ। ਬਾਅਦ ਦੇ ਉਹ ਦੋਨਾਂ 'ਚ ਤਣਾ ਤਣੀ ਹੋ ਜਾਂਦੀ ਹੈ ਔਰ ਉਹ ਵੀ ਮੰਨਣ ਨੂੰ ਤਿਆਰ ਨਹੀਂ, ਉਹ ਵੀ ਮੰਨਣ ਨੂੰ। ਫਿਰ ਉਹ ਕਹਿੰਦਾ ਮੇਰਾ ਕਵੀ ਅੱਗੇ ਆ ਜਾਂਦਾ ਹੈ ਤੇ ਫਿਰ ਮੈਂ ਉਹਨੂੰ ਕਹਿੰਦਾ ਠੀਕ ਹੈ ਭਾਈ, ਮੈਂ ਹੁਣ ਪਿੱਛੇ ਨੂੰ ਕਰ ਲੈਣਾ, ਪਹਿਲਾਂ ਤੂੰ ਲੰਘ ਜਾ ਮੈਂ ਫੇਰ ਲੰਘ ਜਾਗਾ। ਸੋ ਕਦੋਂ ਕਵੀ ਆ ਜਾਣਾ ਹੈ, ਕਦੋਂ ਕਵੀ ਹੋ ਜਾਣਾ ਹੈ, ਕਦੋਂ ਤੁਸੀਂ ਕਿੱਥੇ ਚਲੇ ਜਾਣਾ। ਔਰ ਮੈਂ ਗੱਲ ਇਹ ਕਰ ਰਿਹਾ ਸੀ ਕਦੋਂ ਤੁਸੀਂ ਦ੍ਰਵਿਤ ਹੋ ਜਾਣਾ ਤੇ ਕਿਹਦੇ ਸਾਹਮਣੇ ਹੋ ਜਾਣਾ ਹੈ, ਕਿੱਥੇ ਕਿੱਥੇ ਕੀ ਗੱਲਾਂ ਪਈਆਂ ਹੁੰਦੀਆਂ ਨੇ ਤੁਹਾਡੀਆਂ ਲੇਖਕ ਹੋਣ ਦੀਆਂ। ਤੁਸੀਂ ਰੋਂਦੇ ਹੋ ਤਾਂ ਕਿ ਸੰਵੇਦਨਾ ਬਚੀ ਰਹਿ ਸਕੇ, ਤੁਸੀਂ ਰੋਂਦੇ ਹੋ ਤਾਂ ਕਿ ਕਵਿਤਾ ਬਚੀ ਰਹਿ ਸਕੇ, ਰਿਸ਼ਤੇ ਬਚੇ ਰਹਿ ਸਕਣ, ਸੰਵਾਦ ਬਚਿਆ ਰਹਿ ਸਕੇ, ਸਿਰਜਣਾ ਬਚੀ ਰਹਿ ਸਕੇ। ਉਹ ਰਾਈਟਰਸ ਦਾ ਰੋਣਾ ਜਾਂ ਈਵਨ ਕਿਸੇ ਦਾ ਵੀ ਇਹ ਉਹਦੇ ਬਹੁਤ ਗਹਿਰੇ ਮਾਇਨੇ ਹੁੰਦੇ ਨੇ। ਗੁਰਪ੍ਰੀਤ ਦੱਸਦਾ ਆਪਣੀ ਇਸ ਡਾਇਰੀ ਦੇ ਵਿੱਚ ਮਾਇਨੇ ਕੀ ਹੁੰਦੇ ਆ 4 ਲਾਈਨਾਂ ਦੇ ਵਿੱਚ। 18 ਅਪ੍ਰੈਲ 2017 ਨੂੰ ਲਿਖਦਾ ਉਹ ਕਿ ਅਜਿਹੇ ਲੋਕ ਜ਼ਰੂਰ ਹੋਣਗੇ ਜਿਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਅਸੀਂ ਰੋ ਵੀ ਸਕਦੇ ਹਾਂ, ਉਹ ਫਿਰ ਵੀ ਸਾਨੂੰ ਯੋਧਿਆਂ ਵਿੱਚ ਸ਼ਾਮਲ ਕਰਦੇ ਹਨ। ਇਹ ਲਾਈਨਾਂ ਨੇ ਐਡਿਰਨੇ ਰਿਚ ਦੀਆਂ। ਮੈਂ ਤੁਹਾਨੂੰ ਕਿਹਾ ਕਿ ਮਾਨਸੇ ਵਾਲੇ ਮਿੱਤਰ ਮੈਨੂੰ ਇਸ ਕਰਕੇ ਚੰਗੇ ਲੱਗਦੇ ਨੇ, ਐਡਿਰਨੇ ਰਿਚ ਦੇ ਨਾਲ ਹੀ ਵਿਚਰਦੇ ਨੇ। ਇਹ ਜੇ ਦੇਵਨੀਤ ਨਾਲ ਵਿਚਰ ਰਹੇ ਹੁੰਦੇ ਨੇ, ਇਹ ਜੇ ਗੁਰਬਚਨ ਭੁੱਲਰ ਨਾਲ ਵਿਚਰ ਰਹੇ ਹੁੰਦੇ ਨੇ ਤੇ ਰਿਚ ਨਾਲ ਉਦੋਂ ਜ਼ਿਆਦਾ ਸ਼ਿੱਦਤ ਨਾਲ ਵਿਚਰ ਰਹੇ ਹੁੰਦੇ ਨੇ। ਅਜਿਹੇ ਲੋਕ ਜ਼ਰੂਰ ਹੋਣਗੇ ਜਿਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਅਸੀਂ ਰੋ ਵੀ ਸਕਦੇ ਹਾਂ, ਉਹ ਫਿਰ ਵੀ ਸਾਨੂੰ ਯੋਧਿਆਂ ਵਿੱਚ ਸ਼ਾਮਲ ਕਰਦੇ ਹਨ। ਔਰ ਗੁਰਪ੍ਰੀਤ ਦੀ ਲਾਈਨ ਹੈ ਡਾਇਰੀ ਦੀ, ਮੈਂ ਅਜਿਹੇ ਲੋਕਾਂ ਦੀ ਸੰਗਤ ਮਾਨਣ ਲਈ ਸਦਾ ਜਿਉਂਦਾ ਰਹਾਂਗਾ। ਮੈਂ ਪਿਛਲੇ ਲੈਕਚਰ 'ਚ ਕਿਹਾ ਸੀ ਆਹ ਹੁੰਦਾ ਲਿਟਰੇਚਰ। ਤੁਸੀਂ ਔਰ ਕਿਉਂਕਿ ਮੈਨੂੰ ਗੁਰਪ੍ਰੀਤ ਦਾ ਇਹ ਸੁਭਾਅ ਪਤਾ ਸੀ ਕਿ ਇਹ ਵੀ ਜਿਉਂਦਾ ਹੀ ਇਸ ਕਰਕੇ ਹੈ ਇਹਨਾਂ ਦਾ ਸੰਗ ਮਾਨਣ ਵਾਸਤੇ, ਤੇ ਗੁਰਪ੍ਰੀਤ ਮੇਰੇ ਕੋਲ ਆਇਆ ਹੋਇਆ। ਆਪਾਂ ਆਪਣੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਹਾਂ ਨਾਲ ਨਾਲ ਇਸ ਕਿਤਾਬ ਦੇ, ਕਿਉਂਕਿ ਇਹ ਡਾਇਰੀ ਆ ਤੇ ਇਟਸ ਵੈਰੀ ਪਰਸਨਲ। ਦੋਸਤਾਂ ਦੇ ਨਾਮ ਵੀ ਉਹੀ ਆਉਣਗੇ, ਰਾਈਟਰਸ ਦੇ, ਕਵੀਆਂ ਦੇ, ਕਲਾਕਾਰਾਂ ਦੇ, ਆਰਟਿਸਟਾਂ ਦੇ, ਪੇਂਟਰਾਂ ਦੇ, ਸਾਰੇ ਉਹੀ ਨਾਂ ਆਉਣਗੇ ਜਿਹੜੇ ਸਹੀ ਨਾਂ ਨੇ ਜਿਨ੍ਹਾਂ 'ਚ ਗੁਰਪ੍ਰੀਤ ਵਿਚਰਦਾ ਆ। ਤੇ ਉਹ ਗੁਰਪ੍ਰੀਤ ਮੇਰੇ ਕੋਲ ਠਹਿਰਿਆ ਹੋਇਆ ਸੀ ਤੇ ਮੈਂ ਇਹਦੀ ਮਲੰਗੀ ਸਾਰੀ ਜਾਣਦਾ ਸੀ ਤੇ ਮੈਨੂੰ ਪਤਾ ਇਹਨੇ ਕਿੱਥੇ ਵਿਚਰਨਾ ਹੈ। ਮੈਂ ਕਿਹਾ ਚੱਲ ਯਾਰ ਗੁਰਪ੍ਰੀਤ ਅੱਜ ਸਵੇਰੇ ਤੈਨੂੰ ਸੈਰ ਕਿਤੇ ਕਰਵਾ ਕੇ ਲਿਆਉਣਾ, ਕਿਸੇ ਰੂਹ ਨਾਲ ਮਿਲਾ ਕੇ। ਮੈਂ ਜਲੰਧਰੋਂ ਮੋਟਰਸਾਈਕਲ ਦੇ ਉੱਤੇ ਮੈਂ ਬਿਠਾਇਆ ਗੁਰਪ੍ਰੀਤ ਨੂੰ ਤੇ ਮੈਂ ਕਿਸ਼ਨਗੜ੍ਹ, ਕਈ ਵਾਰ ਦੋਸਤ ਜਿਹੜੇ ਵਾਕਫ ਨੇ ਉਹ ਜਾਣਦੇ ਨੇ, ਉਦਾਸੀ ਕੁਟੀਆ 'ਚ ਸੰਤ ਸਤਨਾਮ ਸਿੰਘ ਹੋਣੀ ਸ਼ਾਸਤਰੀ ਸੰਗੀਤ ਵਾਲੇ। ਤੇ ਹਾਲਾਂਕਿ ਗੁਰਪ੍ਰੀਤ ਨੂੰ ਇਹ ਉਮੀਦ ਨਾ ਸੀ ਕਿ ਕਿਸੇ ਸਾਧੂ ਕੋਲ, ਕਿਸੇ ਸੰਨਿਆਸੀ ਕੋਲ, ਕਿਸੇ ਸੰਤ ਕੋਲ, ਕਿਸੇ ਭਗਵੇਂ ਕੱਪੜਿਆਂ ਵਾਲੇ ਕੋਲ ਅਸੀਂ ਇੱਦਾਂ ਜਾਵਾਂਗੇ। ਪਰ ਜਦੋਂ ਅਸੀਂ ਗਏ ਤੇ ਗੁਰਪ੍ਰੀਤ ਹੈਰਾਨ ਰਹਿ ਗਿਆ। ਅਸੀਂ ਉਹਨਾਂ ਦੇ ਉਹ ਮਿਊਜ਼ਿਕ ਰੂਮ 'ਚ ਬੈਠ ਗਏ ਤੇ ਅਸੀਂ ਗੱਲਾਂ ਹੌਲੀ ਹੌਲੀ ਕਰਨ ਲੱਗ ਪਏ ਤੇ ਇੱਕ ਚੇਪੂ ਜਿਹੜਾ ਪੰਛੀ ਹੈ ਉਹ ਆ ਗਿਆ ਔਰ ਉਹ ਉਸ ਸ਼ੀਸ਼ੇ ਤੇ ਬੈਠ ਕੇ ਠੁੱਕਰ ਕੇ ਉਹਨੂੰ ਆਵਾਜ਼ ਦੇ ਰਿਹਾ ਕਿ ਅੱਜ ਗਾਉਣਾ ਨਹੀਂ। ਆਈ ਗॉड ਗੁਰਪ੍ਰੀਤ ਦੰਗ ਰਹਿ ਗਿਆ ਔਰ ਉਹ ਬਾਰ-ਬਾਰ ਪੰਛੀ ਤੜਫ ਰਿਹਾ ਹੈ ਕਿਉਂਕਿ ਉਹ ਵੇਲਾ ਜਦੋਂ ਅਸੀਂ ਚਲੇ ਗਏ ਉਹ ਸੰਤਾਂ ਦੇ ਰਿਆਜ਼ ਦਾ ਵੇਲਾ ਹੁੰਦਾ ਸੀ। ਉਹ ਹਰ ਉੱਥੇ ਗਾਉਂਦੇ ਸੀ ਤੇ ਉਹ ਚੇਪੂ ਆਣ ਕੇ ਉੱਥੇ ਪੰਛੀ ਜਿਹੜੇ ਨੇ ਉੱਥੇ ਦੇ ਸਾਰੇ ਰਿਦਮਿਕ, ਮੈਂ ਉਹਨਾਂ ਪੰਛੀਆਂ ਨੂੰ ਜਾਣਦਾ ਕਿ ਇਸ ਤਰੀਕੇ ਨਾਲ ਉਹ ਪੂਰੀ ਆਵਾਜ਼ ਲਾ ਦਿੰਦੇ ਸੀਗੇ ਉਹਨਾਂ ਦੀ ਸੁਰ ਦੇ ਨਾਲ ਸੁਰ। ਤੇ ਉਹ ਸੰਤਾਂ ਨੇ ਇੱਕ ਅੱਧਾ ਦੋ ਕੁ ਸੁਰ ਜੇ ਜਦੋਂ ਮਾਰੇ ਉਹ ਚੇਪੂ ਤਾਂ ਸੁਰ 'ਚ ਆਇਆ ਹੀ ਸੀ, ਆਲਰੇਡੀ ਸੀ। ਅਸੀਂ ਵੀ ਥੋੜ੍ਹੇ ਜਿਹੇ ਉਹ ਸੁਰ 'ਚ ਹੋ ਗਏ ਔਰ ਫਿਰ ਉੱਥੇ ਗੁਰਪ੍ਰੀਤ ਨੇ ਆਪਣੀ ਜਿਹੜੀ ਕਵਿਤਾ ਪੜ੍ਹੀ ਤਾਇਆ ਨਾਥੀ ਰਾਮ ਵਾਲੀ। ਸੋ ਮੈਂ ਦੇਖਦਾ ਕਿ ਉਹ ਔਰ ਫਿਰ ਮੇਰਾ ਵਿਚਰਨਾ ਹੋ ਸਕਦਾ ਸੰਤਾਂ ਨਾਲ ਘੱਟ ਹੋ ਗਿਆ ਹੋਵੇ, ਗੁਰਪ੍ਰੀਤ ਦਾ ਜ਼ਿਆਦਾ ਹੋ ਗਿਆ ਕਿਉਂਕਿ ਉਹਨੇ ਉੱਥੇ ਵਿਚਰਨਾ ਹੈ ਜਿੱਥੇ ਸ਼ਾਸਤਰੀ ਸੰਗੀਤ ਹੋਏਗਾ, ਜਿੱਥੇ ਮਲੰਗੀ ਹੋਏਗੀ, ਜਿੱਥੇ ਬੌਰੇ ਹੋਣਗੇ, ਅੱਗ ਉਗਲਾਛਦੇ ਔਰ
ਚਾਨਣ ਕਰਦੇ ਬੋਰੇ ਹੋਣਗੇ। ਗੁਰਪ੍ਰੀਤ ਉੱਥੇ ਵਿਚਰ ਸਕਦਾ ਜਾਂ ਉਹਨਾਂ ਨਾਲ ਵਿਚਰ ਸਕਦਾ ਜਿਨ੍ਹਾਂ ਦੀ ਸੰਗਤ ਦੇ ਵਿੱਚ ਰੋਇਆ ਜਾ ਸਕਦਾ। ਤੇ ਮੈਂ ਗੱਲ ਚੇਤੇ ਸੰਤਾਂ ਦੀ ਮੈਨੂੰ ਤਾਂ ਆ ਗਈ ਸੀ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਰੋਇਆ ਜਾ ਸਕਦਾ ਸੀ, ਜਾਂ ਉਹ ਤੁਹਾਡੀ ਸੰਗਤ 'ਚ ਕਿਤੇ ਰੋ ਲੈਂਦੇ ਸੀ, ਹੈ ਨਾ। ਹਾਂ, ਇਹਨਾਂ ਇਸ਼ਾਰਿਆਂ ਨੂੰ, ਇਹਨਾਂ ਡੁੰਘਾਣਾਂ ਨੂੰ, ਇਹਨਾਂ ਸੰਵੇਦਨਾਵਾਂ ਨੂੰ, ਇਹਨਾਂ ਤਰਲਤਾਵਾਂ ਨੂੰ, ਇਹਨਾਂ ਇੱਕ ਦੂਜੇ ਦੇ ਪ੍ਰਤੀ ਇਸ ਮੋਹ ਨੂੰ, ਇਸ ਤੇਹ ਨੂੰ, ਇਸ ਸਤਿਕਾਰ ਨੂੰ, ਇਸ ਸਾਰਾ ਇਹਨੂੰ ਕੋਈ ਸਿਧਾਂਤਕ ਵੱਜਣ 'ਚ ਵੱਜ ਹੀ ਨਹੀਂ ਸਕਦੀਆਂ ਹੁੰਦੀਆਂ ਇਹ ਗੱਲਾਂ ਜਿਹੜੀਆਂ ਇਸ਼ਾਰਿਆਂ ਦੇ ਨਾਲ ਗੁਰਪ੍ਰੀਤ ਨੇ ਕੀਤੀਆਂ। ਤੇ ਕਈ ਤੁਹਾਡੇ ਅੰਦਰ ਉਹ ਮਰਹਲੇ ਮੁੱਕ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ ਰਾਮਈਆ, ਬੜਾ ਮਸਤ ਅੰਦਾਜ਼ ਦੇ ਵਿੱਚ ਸੰਤ ਉਹ ਗਾ ਰਹੇ ਸੀਗੇ। ਮੈਂ ਕੋਲ ਬੈਠਾ ਸੀ, ਪ੍ਰਦੀਪ ਬੈਠਾ ਸੀ, ਕਵੀ ਬਾਹਰ ਚਲੇ ਗਿਆ ਵਿਦੇਸ਼, ਦੁਬਈ ਵਾਲਾ ਗੜ੍ਹ ਸ਼ੰਕਰ ਵੱਲ ਉਹਦਾ ਪਿੰਡ ਸੀ, ਉਹ ਖੜਾਕ ਵਾਲਾ ਤ੍ਰਿਕੁਟੀ ਵਾਲਾ ਮੁੰਡਾ, ਅਸੀਂ ਦੋਵੇਂ ਬੈਠੇ ਸੀਗੇ ਤੇ ਉਹ ਵਜਦ 'ਚ ਆਏ ਹੋਏ ਸੀ ਸੰਤ। ਔਰ ਜਿਹੜੀ ਉਹਨਾਂ ਦੀ ਭੁੱਬ ਨਿਕਲੀ, ਪਤਾ ਨਹੀਂ ਕਿਸ ਅਵਸਥਾ ਦੇ ਵਿੱਚ ਸੀਗੇ, ਅਸੀਂ ਸੁੰਨ ਰਹਿ ਗਏ, ਸਾਡੇ ਰੌਂਗਟੇ ਖੜੇ ਹੋ ਗਏ। ਇਹ ਬੜੀਆਂ ਇਹ ਉਹ ਉਹਨਾਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੇ ਲੋਕ ਕਿਤੇ ਹੋਰ ਧਰਾਤਲ 'ਚ, ਕਿਤੇ ਸਾਹਿਤ ਦੀ ਧਰਾਤਲ 'ਚ, ਕਿਤੇ ਸੰਗੀਤ ਦੀ ਧਰਾਤਲ 'ਚ, ਕਿਤੇ ਸੁਰ ਦੇ ਲਗਾਓ, ਸ਼ਬਦ ਦੇ ਲਗਾਓ 'ਚ ਕਿਤੇ ਉਹ ਵਿਚਰ ਰਹੇ ਹੁੰਦੇ ਨੇ। ਜਿੱਥੇ ਮੈਂ ਜਿੱਥੇ ਦੇਖਦਾ ਮੁਕਤੀ ਬੋਧ ਜਿਹੜਾ ਹੈ ਜਦੋਂ ਵਿਚਰਦਾ ਹੈ, ਉਹ ਤੁਹਾਨੂੰ ਪੈਰ ਜ਼ਮੀਨ ਤੇ ਹੀ ਨਹੀਂ ਆ ਉਹਦੇ। ਉਹ ਟੋਲਸਟਾਏ, ਤੁਰਗਨੇਵ ਤੋਂ ਪਰੇ ਪਤਾ ਨਹੀਂ ਕਿੱਥੇ ਵਿਚਰਦਾ ਹੈ। ਜਿੱਥੇ ਸਾਡਾ ਜੰਗ ਬਹਾਦਰ ਗੋਇਲ ਹੋਰੀ ਵਿਚਰਦੇ ਨੇ ਅਨੁਵਾਦ ਕਰਦੇ ਆ, ਜਿੱਥੇ ਡਾਕਟਰ ਕਰਨਜੀਤ ਹੋਰੀ ਅੰਨਾ ਕਰਨੀਨਾ ਦੇ ਨਾਲ ਹੀ ਵਿਚਰ ਰਹੇ ਜਾਂਦੇ ਨੇ। ਸੋ ਇਹ ਸਾਰੇ ਦੇ ਸਾਰੇ ਉਸ ਧਰਾਤਲ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੈਠ ਕੇ ਜਾਂ ਜਿਨ੍ਹਾਂ ਦੀ ਸੰਗਤ ਦੇ ਵਿੱਚ ਤੁਸੀਂ ਰੋ ਸਕਦੇ ਹੁੰਦੇ ਆ। ਸੰਗਤ 'ਚ ਰੋਣਾ ਇੰਨਾ ਹੀ ਕ੍ਰੀਏਟਿਵ ਹੁੰਦਾ, ਇੰਨਾ ਹੀ ਹਲਕੇਪਣ ਦੇ ਅਹਿਸਾਸ ਵਾਲਾ ਹੁੰਦਾ, ਇੰਨਾ ਹੀ ਤੁਹਾਡੀ ਸੰਵੇਦਨਾ ਨੂੰ ਬਚਾ ਕੇ ਰੱਖਣ ਵਾਲਾ ਹੁੰਦਾ। ਇਹ ਅਹਿਸਾਸਾਂ ਦੀ ਗੱਲ ਹੈ। ਦੋਸਤ ਜਿਹੜੇ ਜੁੜੇ ਹੋਏ ਨੇ ਸ਼ਬਦ ਦੇ ਨਾਲ ਉਹ ਗੱਲ ਸਮਝ ਸਕਦੇ ਆ। ਇਸ ਕਿਤਾਬ ਦਾ ਇੱਕ ਹੋਰ ਬਹੁਤ ਹੀ ਬਾਰੀਕ ਨੁਕਤਾ, ਕੁਝ ਨੁਕਤੇ ਨੇ ਮੇਰੇ ਮਨ ਦੇ ਵਿੱਚ, ਮੈਂ ਲਿਖੇ ਵੀ ਹੋਇਆ, ਉਹਦੇ ਨਿੱਕੇ ਨੋਟਸ ਲਏ ਹੋਏ ਨੇ। ਇਸ ਕਿਤਾਬ ਦਾ ਇੱਕ ਬਹੁਤ ਹੀ ਹੋਰ ਬਾਰੀਕ ਨੁਕਤਾ ਜਿਹੜਾ ਮੈਂ ਕਈ ਵਾਰ ਆਪਣੇ ਆਪ ਨਾਲ, ਆਪਣੇ ਦੋਸਤਾਂ ਨਾਲ ਡਿਸਕਸ ਕਰਦਾ ਆ, ਉਹ ਹੈ ਕਿ ਭਾਈ ਸਾਹਿਤ ਦੀ ਸਭ ਤੋਂ ਬਾਰੀਕ ਸਿਨਫ ਵੰਨਗੀ ਜਿਹੜੀ ਹੈ ਉਹ ਚੁਟਕਲਾ ਹੈ। ਜਿਸ ਰਾਈਟਰ ਨੂੰ ਚੁਟਕਲੇ ਨਹੀਂ ਨਾ ਸੁਣਾਉਣੇ ਆਉਂਦੇ, ਮਾਫ ਕਰਨਾ, ਕਿਤੇ ਨਾ ਕਿਤੇ ਕੋਈ ਕਮਜ਼ੋਰੀ ਹੈ ਤੁਹਾਡੇ ਅੰਦਰ, ਜਾਂ ਚੁਟਕਲੇ ਬਣਾਉਣੇ ਨਹੀਂ ਆਉਂਦੇ, ਹੈ ਨਾ। ਉਹ ਦੇਖੋ ਚੁਟਕਲਾ ਕੀ ਹੈ ਕਿ 3 ਲਾਈਨਾਂ ਦੇ ਵਿੱਚ ਉਹਨੇ ਸ਼ਬਦ ਵੀ ਰੱਖਣੇ ਨੇ। ਆਪਣਾ ਮਨੋਰਥ ਉਹਦਾ ਹੈ ਹਸਾਉਣਾ, ਉਹਨੇ ਹਸਾਉਣਾ ਵੀ ਹੈ, ਉਹਨੇ ਮਰਿਆਦਾ 'ਚ ਵੀ ਰਹਿਣਾ, ਸ਼ਾਬਦਿਕ ਮਰਿਆਦਾ ਵੀ। 2 ਲਾਈਨਾਂ ਤੋਂ ਵੱਧ ਹੋ ਗਿਆ ਤਾਂ ਉਹ ਤਾਂ ਉਬ ਗਿਆ, ਉਹ ਤਾਂ ਪਾਠਕ ਨੇ ਉਬ ਜਾਣਾ ਹੈ। ਉਹਨੇ 3 ਲਾਈਨਾਂ ਵੱਧ ਤੋਂ ਵੱਧ ਬਰਦਾਸ਼ਤ ਹੀ ਨਹੀਂ ਕਰਦਾ। 2 ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਗੱਲ ਕਹੋ ਤੇ ਪਰੇ ਚਲੇ ਜਾਓ ਯਾਰ, ਤੇ ਮਨੋਰਥ ਪੂਰਾ ਔਰ ਤੁਹਾਡਾ ਮਨੋਰੰਜਨ ਪੂਰਾ। ਸੋ ਤੁਸੀਂ ਉੱਥੋਂ ਜਦੋਂ ਰਿਆਜ਼ ਕਰਦੇ ਹੋ ਨਾ, ਤੇ ਫਿਰ ਤੁਹਾਨੂੰ ਪਤਾ ਲੱਗਦਾ ਭਾਈ ਸ਼ਬਦਾਂ ਦਾ ਮਹੱਤਵ ਕੀ ਹੈ, ਸ਼ਬਦ ਕਿੰਨੇ ਕੁ ਸੰਕੁਚਿਤ। ਮੈਂ ਫਲੈਟ ਭਾਸ਼ਾ ਦੀ ਗੱਲ ਕੀਤੀ ਸੀ ਆਪਣੇ ਪਿਛਲੇ ਲੈਕਚਰ ਦੇ ਵਿੱਚ। ਸਾਡੇ ਨਾਵਲ ਦੀ ਭਾਸ਼ਾ ਜਿਹੜੀ ਆ ਫਲੈਟ ਹੋ ਜਾਂਦੀ ਸੀ। ਹਰਵਿੰਦਰ ਭੰਡਾਲ ਹੋਰਾਂ ਨੇ ਉਹਦੇ ਤੇ ਟਿੱਪਣੀ ਕੀਤੀ ਸੀ, ਮੈਂ ਜਦੋਂ ਉਹ ਫੇਸਬੁੱਕ ਤੇ ਪਾਈ ਸੀ, ਤੇ ਕਿ ਬਿਲਕੁਲ ਠੀਕ ਹੈ, ਫਲੈਟ ਭਾਸ਼ਾ ਜਿਹੜੀ ਹੈ ਉਹ ਜ਼ਿੰਦਗੀ ਦੇ ਵਹਾਅ ਨੂੰ ਰੋਕ ਦਿੰਦੀ ਹੈ। ਨਾਵਲ ਜਾਂ ਸਾਹਿਤ ਤਾਂ ਜ਼ਿੰਦਗੀ ਦਾ ਵਹਾਅ ਹੁੰਦਾ ਆ, ਉਹ ਸਾਰੇ ਦਾ ਸਾਰਾ। ਤਾਂ ਮੈਂ ਕਿਹਾ ਪਹਿਲਾਂ ਚੁਟਕਲੇ ਤੋਂ ਤੁਹਾਨੂੰ ਸਿੱਖਣੀ ਚਾਹੀਦੀ ਹੈ। ਔਰ ਇਸ ਗੱਲ ਦਾ ਅਹਿਸਾਸ ਗੁਰਪ੍ਰੀਤ ਨੂੰ ਵੀ ਹੈ। ਗੁਰਪ੍ਰੀਤ ਚੁਟਕਲੇ ਦੀ ਗੱਲ ਕਰਦਾ ਹੈ, ਜਿਹੜਾ ਫਿਕਰੇਬਾਜ਼ੀ ਤੇ ਕਲਾ ਕੌਸ਼ਲਤਾ ਦੇ ਹਵਾਲੇ ਦੇ ਨਾਲ ਮੈਂ ਗੱਲ ਕਰਦਾ। 90 ਨੰਬਰ ਪੰਨਾ ਹੈ ਇਸ ਡਾਇਰੀ ਦਾ। ਇਹ ਡਾਇਰੀ ਆਟਮ ਆਰਟ ਵਾਲਿਆਂ ਨੇ ਛਾਪੀ ਹੈ, ਸ਼ਾਇਦ ਪ੍ਰੀਤੀ ਸ਼ੈਲੀ ਹੈ ਉਹਨਾਂ ਦਾ ਨਾਮ, ਬੀਬੀ ਸਾਡੀ ਦਾ, ਜਿਹੜੀ ਇਹਨਾਂ ਦੇ ਉਹ ਦੇਖਦੀ ਹੈ, ਉਹ ਸਾਹਿਤ ਦੇ ਪ੍ਰਤੀ ਉਹਦੀ ਲਗਨ ਹੈ ਇੱਕ ਆਪਣੀ। ਉਹ ਕਿਤਾਬ ਨੂੰ ਕਿੰਨੀ ਮੁਹੱਬਤ ਨਾਲ ਛਾਪਣਾ ਹੈ, ਐਸਥੈਟਿਕਸ ਦੇ ਨਾਲ ਛਾਪਣਾ ਹੈ, ਉਹਦੇ ਸਾਈਜ਼ ਨੂੰ ਲੈ ਕੇ, ਉਹਦੇ ਕਲਰ ਨੂੰ ਲੈ ਕੇ, ਉਹਦੀ ਬਣਾਵਟ ਨੂੰ ਲੈ ਕੇ, ਉਹਦੀ ਈਵਨ ਟਾਈਟਲ ਡਿਜ਼ਾਈਨਿੰਗ ਨੂੰ ਲੈ ਕੇ। ਟਾਈਟਲ ਡਿਜ਼ਾਈਨ
ਸੁਖ ਅਨਸਾਰ, ਇਹ ਬੇਟਾ ਹੈ ਗੁਰਪ੍ਰੀਤ ਦਾ। ਸੁਖ ਅਨਸਾਰ ਦਾ ਡਿਜ਼ਾਈਨ ਹੈ ਇਹ ਸਾਰਾ ਇਹਦੇ 'ਤੇ, ਔਰ ਇੰਨੀ ਐਸਥੈਟਿਕਲੀ ਉਹ ਸਾਰੀ ਰੱਖੀ ਹੋਈ ਹੈ। ਚੁਟਕਲੇ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਉਹਦੇ ਤੋਂ ਅਸੀਂ ਸਾਹਿਤ ਸਿੱਖ ਸਕਦੇ ਹਾਂ ਕਿ ਸਾਹਿਤ ਦਾ ਮਤਲਬ ਭਾਵ ਕੀ ਹੁੰਦਾ ਅਤੇ ਕਿੰਨਾ ਸੰਕਸ਼ਿਪਤ ਔਰ ਟੂ ਦੀ ਪੁਆਇੰਟ ਹੁੰਦਾ ਸਾਹਿਤ। ਵਾਧੂ ਝੱਲਦਾ ਨਹੀਂ ਵਾਧੂ ਭਾਰ ਨਹੀਂ ਚੱਲਦਾ ਸਾਹਿਤ। 7 ਦਸੰਬਰ 2017 ਦਾ ਜਿਹੜਾ ਹੈ ਉਹਨਾਂ ਲਤੀਫੇ ਕਿਸ ਨੂੰ ਚੰਗੇ ਨਹੀਂ ਲੱਗਦੇ, ਹਰ ਕੋਈ ਇਹਨਾਂ ਨੂੰ ਪੜ੍ਹ ਕੇ ਲੋਟ-ਪੋਟ ਹੋ ਜਾਂਦਾ ਹੈ ਤੇ ਜੀਵਨ ਦੀ ਗਹਿਰਾਈ ਨੂੰ ਛੂਹ ਲੈਂਦਾ ਹੈ। ਸਵੇਰੇ ਪੜ੍ਹਿਆ ਚੁਟਕਲਾ ਮੈਨੂੰ ਯਾਦ ਆ ਰਿਹਾ ਹੈ। ਸੰਤਾ ਸਕੂਲ ਵਿੱਚ ਆਪਣੇ ਇੱਕ ਪੈਰ 'ਚ ਕਾਲੀ ਤੇ ਦੂਜੇ 'ਚ ਚਿੱਟੀ ਜੁਰਾਬ ਪਾ ਕੇ ਚਲਾ ਗਿਆ। ਮੈਡਮ ਨੇ ਦੇਖਦਿਆਂ ਹੀ ਕਿਹਾ, ਜਾਓ ਘਰ ਜਾ ਕੇ ਜੁਰਾਬਾਂ ਬਦਲ ਕੇ ਆਓ। ਮੈਡਮ ਘਰੇ ਜਾਣ ਦਾ ਕੋਈ ਫਾਇਦਾ ਨਹੀਂ, ਉੱਥੇ ਵੀ ਇੱਕ ਕਾਲੀ ਤੇ ਦੂਜੀ ਚਿੱਟੀ ਜੁਰਾਬ ਹੈ। ਸੰਤੇ ਨੇ ਸਹਿਜ ਸੁਭਾਅ ਉੱਤਰ ਦਿੱਤਾ, ਯਾਨੀ ਤੁਸੀਂ ਬਸ ਉਹਦਾ ਇੱਕ ਮਾਸੂਮੀਅਤ ਹੈ ਇੱਕ ਕਰੈਕਟਰ ਦੀ। ਪਰ 3 ਲਾਈਨਾਂ ਨੇ, 3 ਲਾਈਨਾਂ ਦੇ ਵਿੱਚ ਹੀ ਉਹਨੇ ਆਪਣੀ ਗੱਲ ਕਹੀ ਹੈ ਤੇ ਉਹ ਚਲਿਆ ਗਿਆ। ਪਰ ਤੁਹਾਡੇ ਕੋਲ ਇੱਕ ਮੁਸਕਰਾਹਟ ਔਰ ਇਹ ਨਹੀਂ ਛੇੜ ਭੰਗਰ ਵੀ ਨਹੀਂ ਹੈ, ਚਿਰ ਸਥਾਈ ਮੁਸਕਰਾਹਟ। ਤੁਹਾਨੂੰ ਕਦੇ ਵੀ ਸੰਤਾ ਚੇਤੇ ਆਏਗਾ ਤੇ ਉਹਦਾ ਭੋਲਾਪਣ, ਉਹਦੀ ਮਾਸੂਮੀਅਤ ਤੇ ਇਸ ਚੁਟਕਲੇ ਦੀ ਖੂਬਸੂਰਤੀ। ਸੋ ਸਾਹਿਤ ਦਾ ਮਨੋਰਥ ਕੀ ਹੈ ਔਰ ਉਸ ਮਨੋਰਥ ਤੱਕ ਉਹਨੇ ਕਿਵੇਂ ਆਪਣੇ ਆਪ ਨੂੰ ਛਾਂਗ ਕੇ, ਆਪਣੇ ਆਪ ਨੂੰ ਬਿਲਕੁਲ ਕੰਸਾਈਜ਼, ਸੰਕੁਚਿਤ, ਸੰਖਿਪਤ, ਸੰਖੇਪ, ਬਿਲਕੁਲ ਛੋਟੇ ਟੁਕੜੇ ਵਰਗੇ ਫਿਕਰੇ। ਤੁਸੀਂ ਦੇਖੋ ਪੰਜਾਬੀ ਸਾਹਿਤ ਦੇ ਵਿੱਚ, ਤੁਸੀਂ ਗਾਰਗੀ ਦੇਖੋ, ਤੁਸੀਂ ਅਜੀਤ ਕੌਰ ਦੇਖੋ, ਤੁਸੀਂ ਗੁਰਬਚਨ ਦੇਖੋ, ਹਾਂ ਇਹਨਾਂ ਦੇ ਤੁਸੀਂ ਫਿਕਰੇ ਦੇਖੋ ਯਾਰ, ਐਨ ਛੋਟੇ ਚੁਸਤ ਤੇ ਕੱਸੇ ਹੋਏ। ਕਿਤੇ ਤੁਹਾਨੂੰ ਝੋਲ ਨਜ਼ਰ ਨਹੀਂ ਆਏਗੀ ਇਹਨਾਂ ਦੇ ਫਿਕਰਿਆਂ ਦੇ ਵਿੱਚ। ਤੇ ਜੇ ਤੁਸੀਂ ਕਿਤੇ ਝੋਲ ਵਾਲੇ ਫਿਕਰੇ ਪੜ੍ਹ ਰਹੇ ਹੋ ਜਾਂ ਉਹ ਵਾਧੂ ਫਿਕਰੇ ਪੜ੍ਹ ਰਹੇ ਹੋਵੋ ਤਾਂ ਤੁਹਾਨੂੰ ਫਿਰ ਕਿਵੇਂ ਤੁਸੀਂ ਪੜ੍ਹਦੇ ਆ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਭਾਈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ। ਇਸ ਡਾਇਰੀ ਦੀ ਇੱਕ ਹੋਰ ਖੂਬਸੂਰਤੀ ਕਿ ਰਾਈਟਰ ਨੇ, ਮਨੁੱਖ ਨੇ, ਬੰਦੇ ਨੇ, ਜਿਹਨੇ ਆਪਣੇ ਆਲੇ ਦੁਆਲੇ ਇੰਨੇ ਜੰਜਾਲ ਬੁਣ ਰਹੇ ਨੇ, ਜਿਹਨੇ ਆਪਣੇ ਆਲੇ ਦੁਆਲੇ ਇੰਨੇ ਸੰਕਟ ਬਿਮਾਰੀਆਂ ਬੁਣ ਲਈਆਂ ਨੇ, ਈਗੋ ਇੰਨੀ ਬੁਣ ਲਈ ਹੈ, 12 ਤਰ੍ਹਾਂ ਦੀ, ਹਜ਼ਾਰਾਂ ਤਰ੍ਹਾਂ ਦੀ ਮਾਇਆ 'ਚ ਸੰਲਿਪਤ ਤੁਰਿਆ ਫਿਰਦਾ ਆ ਔਰ ਜਾਗਦਾ ਨਹੀਂ ਹੈ ਔਰ ਆਪਣੇ ਆਪ ਨੂੰ ਪਤਾ ਨਹੀਂ ਕਿੰਨਾ ਬਿਮਾਰੀਆਂ 'ਚ ਘੇਰ ਲਿਆ ਹੈ, ਸੰਕਟਾਂ 'ਚ ਆਪ ਖੁਦ ਬਜ਼ਾਤੇ ਖੁਦ। ਔਰ ਉਹ ਫਿਰ ਮੈਨੂੰ ਲੱਗਦਾ ਇਹ ਹੁੰਦਾ ਹੈ ਕਿ ਉਹ ਮੂਸਾ ਨੂੰ ਕਹਿੰਦਾ ਮੈਨੂੰ ਨਾਲ ਲੈ ਚੱਲ ਭਾਈ ਉੱਥੇ, ਕਿ ਤੁਝੇ ਗਸ਼ ਆ ਗਿਆ ਤਾਂ ਹੁਸਨੇ ਜਾਣਾ ਕੌਣ ਦੇਖੇਗਾ। ਇੱਥੇ ਵੀ ਪਹੁੰਚ ਜਾਂਦਾ ਉਹ, ਮੂਸਾ ਨੂੰ ਗਸ਼ ਪੈ ਜਾਂਦਾ ਹੈ ਪਰ ਉਹ ਕਹਿੰਦਾ ਮੈਨੂੰ ਨਹੀਂ ਪੈਣਾ, ਮੈਂ ਦੇਖਾਂਗਾ ਹੁਸਨੇ ਜਾਣਾ, ਮੈਨੂੰ ਨਾਲ ਲੈ ਜਾਈ। ਮੂਸਾ ਨੂੰ ਕਹਿਣ ਲੱਗ ਪੈਂਦਾ ਉਹ ਇੱਥੇ ਇਸ ਤਰੀਕੇ ਦੇ। ਤਾਂ ਗੁਰਪ੍ਰੀਤ ਫਿਰ ਇਹਨੂੰ ਕਹਿੰਦਾ ਹੈ ਰਤਾ ਕੋ ਆਪਣੇ ਕੋਲ ਬੈਠਣਾ। ਅਸੀਂ ਜ਼ਿੰਦਗੀ 'ਚ ਆਪਣੇ ਕੋਲ ਹੀ ਨਹੀਂ ਬੈਠਦੇ ਔਰ ਗੁਰਪ੍ਰੀਤ ਕਿੰਨਾ ਲੋਕਾਂ ਕੋਲੋਂ ਆਪਣੇ ਕੋਲ ਬੈਠਣਾ ਸਿੱਖਦਾ ਆ। ਉਹ ਡਾਇਰੀ ਲਿਖਦੇ ਆ, ਡਾਇਰੀ ਪੜ੍ਹਦਾ ਹੈ। ਮੈਂ ਤੁਹਾਨੂੰ ਫੇਰ ਕਿਹਾ ਕਿ ਮਾਨਸੇ ਵਾਲੇ ਲੋਕਾਂ ਦੀ ਖੂਬਸੂਰਤੀ ਇਹ ਹੈ, ਪਤਾ ਨਹੀਂ ਕੀ ਪੜ੍ਹਦੇ ਨੇ, ਪਤਾ ਨਹੀਂ ਆਰਟ ਨੂੰ ਕਿੱਦਾਂ ਦੇਖਦੇ ਨੇ। ਸੈਕਸੋਫੋਨ ਦਾ ਸ਼ਬਦ ਮੈਂ ਕਿਹਾ ਯਾਰ ਹਾਈਟ ਆ, ਮੈਂ ਦੇਵਨੀਤ ਵਰਗਾ, ਮੈਂ ਕਿਹਾ ਯਾਰ ਇਹ ਖੇਤਾਂ ਜਿਹਾ ਵਰਗਾ ਬੰਦਾ, ਇਹ ਜਦੋਂ ਸੈਕਸੋਫੋਨ ਸ਼ਬਦ ਉਹਨੇ ਇਸਤੇਮਾਲ ਆਪਣੀ ਕਿਤਾਬ ਦੇ ਟਾਈਟਲ 'ਚ ਕੀਤਾ, ਮੈਂ ਨਹੀਂ ਯਾਰ ਇਹ ਨਹੀਂ ਇਹਨਾਂ ਨੂੰ ਤੈਨੂੰ ਹੋਰ ਤਰੀਕੇ ਦੇਖਣਾ ਪੈਣਾ ਹੈ। ਉਹ ਮਲੰਗ ਲੋਕ ਸਾਡੇ ਦੋਸਤ ਸੀਗੇ, ਬਹੁਤ ਮੁਹੱਬਤ ਸੀ ਸਾਡੀ ਉਹਦੇ ਨਾਲ। ਤਾਂ ਗੁਰਪ੍ਰੀਤ ਕਹਿੰਦਾ ਕਿਵੇਂ ਬਹਿਣਾ ਹੈ ਆਪਣੇ ਕੋਲ, ਮੰਗਲੇਸ਼ ਡਬਰਾਲ ਦੇ ਹਵਾਲੇ ਦੇ ਨਾਲ ਉਹ ਗੱਲ ਕਰਦਾ ਹੈ। ਤਾਂ ਮੈਨੂੰ ਫਿਲਮ ਤਾਂ ਨਾਂ ਨਹੀਂ ਯਾਦ ਆ ਰਹੀ ਹੁਣ, ਚਲੋ ਮੈਂ ਉਹਦੇ ਬੋਲ ਗੀਤ ਦੇ ਆ ਕਿ ਆ ਬੈਠ ਮੇਰੇ ਪਾਸ तुझे देखती रहूं, न तू कुछ कहे न मैं कुछ कहूं। ਉਹ ਲੱਗ ਤਾਂ ਇਹ ਰਿਹਾ ਕਿ ਉਹਨੂੰ ਆਪਣੇ ਪ੍ਰੇਮੀ ਨੂੰ ਉਹ ਕਹਿ ਰਹੀ ਆ, ਉਹ
ਮਤਲਬ ਜਦੋਂ ਉਹਨੂੰ ਕਹਿੰਦੀ ਮੈਂ ਤੈਨੂੰ ਅੱਖਾਂ 'ਚ ਆਪਣੀਆਂ ਬਿਠਾ ਲਵਾਂ ਤੇ ਪਰਦਾ ਪਲਕਾਂ ਦਾ ਕਰ ਲਵਾਂ ਫਿਰ, ਤਾਂ ਉਹ ਕਹਿ ਲੱਗ ਰਿਹਾ ਕਿ ਸੰਬੋਧਨੀ ਸ਼ੈਲੀ ਹੈ, ਪਰ ਉਹ ਗੀਤ ਸੱਚੀ ਆਪਣੇ ਆਪ ਕੋਲ ਬੈਠਣ ਵਾਲਾ ਆ ਔਰ ਆਪਣੇ ਆਪ ਨੂੰ ਨਿਹਾਰਨ ਦੀ ਕਹਿ ਰਿਹਾ। ਤੁਸੀਂ ਆਪਣੇ ਆਪ ਨੂੰ ਜਦੋਂ ਨਿਹਾਰਦੇ ਆ, ਤੁਹਾਡੀ ਐਗਜ਼ਿਸਟੈਂਸ, ਤੁਹਾਡੀ ਉਹ ਸਾਰੀ, ਫਿਰ ਉਹੀ ਜਿਹੜੀ ਮੈਂ ਦ੍ਰਵਿਤ ਵਾਲੀ ਗੱਲ ਜਾਂ ਕਿਸੇ ਕੋਲ ਬਹਿ ਕੇ ਰੋਣ ਵਾਲੀ ਗੱਲ ਕਰ ਰਿਹਾ ਸੀਗਾ, ਜਾਂ ਸਾਹਿਤ ਵਾਲੀ ਗੱਲ ਕਰ ਰਿਹਾ ਸੀ, ਜਾਂ ਮਲੰਗ ਵਾਲੀ ਬੋਰਿਆਂ ਵਾਲੀ ਡਾਰੂ ਵਾਲੀ ਗੱਲ ਕਰ ਰਿਹਾ ਸੀ, ਤਾਂ ਇਹ ਵੀ ਤੁਹਾਡੇ ਅੰਦਰ 'ਚ ਕਿਤੇ ਸਹਿਜ ਹੋ ਜਾਣਾ ਹੀ ਹੈ। ਬੋਰੇ ਦਾ ਅੱਗ ਉਗਲਛਣਾ ਉਨੀ ਸਹਿਜਤਾ ਹੀ ਆ ਜਿੰਨੀ ਸਹਿਜਤਾ ਦੀ ਆ ਬੈਠ ਮੇਰੇ ਪਾਸ ਤੁਝੇ ਦੇਖਤੀ ਰਹੂੰ ਨਾ ਤੂੰ ਕੁਛ ਕਹੇ ਨਾ ਮੈਂ ਕੁਛ ਕਹੂੰ। ਉਹ ਕਿਤੇ ਗੀਤ ਸੁਣ ਕੇ ਦੇਖੋ, ਬੜੀਆਂ ਪੁਰਾਣੀਆਂ ਫਿਲਮਾਂ ਦੇ ਜਦੋਂ ਗੀਤ ਨੇ, ਤਾਂ ਮੈਂ ਉਹਦੀ ਡਾਇਰੀ ਦਾ ਪੰਨਾ ਪੜ੍ਹ ਰਿਹਾ, 91 ਹੈ, 91 ਪੇਜ ਦੇ ਉੱਤੇ, ਔਰ ਉਹ ਟੁਕੜਾ ਦੇਖਿਓ ਤੁਸੀਂ। ਔਰ ਗੁਰਪ੍ਰੀਤ ਫਿਰ ਕਿਵੇਂ ਇਸ ਗੱਲ ਨੂੰ ਇਹਦੀ ਦਾਰਸ਼ਨਿਕਤਾ ਨੂੰ, ਇਹਦੀ ਸਿਧਾਂਤਕੀ ਨੂੰ ਸਾਹਿਤਕਾਰ ਦੇ ਲਈ ਔਰ ਬੰਦੇ ਦੇ ਲਈ, ਤਾਂ ਕਿ ਤੁਹਾਡੀ ਬੰਦਿਆਈ ਬਚੀ ਰਹੇ, ਤਾਂ ਕਿ ਤੁਸੀਂ ਬਚੇ ਰਹੋ ਯਾਰ, ਕਿਤੇ ਨਾ ਕਿਤੇ ਤੁਹਾਡੇ ਅੰਦਰ ਕੋਈ ਤਰਲਤਾ ਬਚੀ ਰਹੇ। ਜਦੋਂ ਤੁਸੀਂ ਆਪਣੇ ਆਪ ਨੂੰ ਇੱਦਾਂ ਘੋਖਦੇ ਹੋ, ਦੇਖਦੇ ਹੋ, ਸਹਿਜ ਹੁੰਦੇ ਹੋ, ਤਾਂ ਨੈਚੁਰਲੀ ਆ ਮੈਂ ਗੱਲ ਕਰਦਾ ਹੁੰਦਾ ਕਿ ਤੁਸੀਂ ਜਦੋਂ ਕਿਸੇ ਲਈ ਦੁਆਵਾਂ ਦਿੰਦੇ ਹੋ ਤਾਂ ਤੁਹਾਡੇ ਅੰਦਰ ਕਿੰਨੀਆਂ ਪੋਜ਼ਿਟਿਵ ਵੇਵਜ਼ ਚੱਲਣੀਆਂ ਸ਼ੁਰੂ ਹੋ ਜਾਂਦੀਆਂ, ਵਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਨੂੰ ਆਪਣੇ ਆਪ ਨੂੰ ਕਿੰਨੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਕਿ ਯਾਰ ਮੈਂ ਕਿਸੇ ਉਸ ਬੰਦੇ ਲਈ, ਜਿਹਨੂੰ ਪਤਾ ਵੀ ਨਹੀਂ ਹੈ ਕਿ ਤੁਸੀਂ ਉਹਦੇ ਲਈ ਦੁਆਵਾਂ ਕਰ ਰਹੇ ਹੋ। ਔਰ ਸਾਹਿਤਕਾਰ ਦੀ ਤਾਂ ਯਾਰ ਖੂਬਸੂਰਤੀ, ਸੰਗੀਤਕਾਰ ਦੀ, ਸਾਹਿਤਕਾਰ ਦੀ, ਕਲਾਕਾਰ ਦੀ ਖੂਬਸੂਰਤੀ ਇਹ ਹੁੰਦੀ ਆ ਵੀ ਮੈਂ ਢੋਲ ਵਾਹੇ ਜਨੌੜੀ ਗਿਆ ਤੇ ਉੱਥੇ 100 ਸਾਲ ਪੁਰਾਣੀਆਂ ਜਿਹੜੀਆਂ ਹਨ ਮੂਰਤੀਆਂ ਨੇ, ਢੋਲ ਵਾਹਾ ਜਨੌੜੀ। ਇੱਧਰ ਨੂੰ ਚਲੇ ਜਾਓ ਆਪਣੇ ਹੁਸ਼ਿਆਰਪੁਰ ਕੰਢੀ ਏਰੀਏ ਦੇ ਵੱਲ ਨੂੰ, ਤਾਂ ਉੱਥੇ ਜਿਹੜੀ ਸੈਂਡ ਸਟੋਨ ਦੇ ਉੱਤੇ ਵਰਕਸ ਕੀਤਾ ਹੋਇਆ, ਢੋਲ ਬਾਹ ਰਾਜਪੂਤਾਂ ਦਾ ਕੀਤਾ ਹੋਏਗਾ ਨੈਚੁਰਲੀ, ਉਹਨਾਂ ਆਰਟਿਸਟਾਂ ਦਾ। ਔਰ ਏਡੇ ਏਡੇ ਵੱਡੇ ਪਿਲਰ ਆ ਕਿ ਕਰੇਨਾਂ ਤੋਂ ਨਹੀਂ ਚੱਕੇ ਗਏ ਨੈਸ਼ਨਲ ਆਰਕਾਈਵ ਵਾਲਿਆਂ ਕੋਲੋਂ। ਜਾਂ ਮੈਂ ਉੱਥੇ ਸ਼ਿਵਲਿੰਗ ਦੇਖ ਰਿਹਾ ਤਾਂ ਡਬਲ ਲਿਪਸ ਵਾਲੀਆਂ ਥੱਲੇ ਉਹ ਜੋਨੀ ਜਿਸ ਤਰੀਕੇ ਦੀ ਬਣਾਈ ਹੋਈ ਆ, ਮੈਂ ਪਹਿਲੀ ਵਾਰ ਉਹੋ ਜਿਹੇ ਸ਼ਿਵਲਿੰਗ ਉੱਥੇ ਦੇਖੇ। ਔਰ ਫਿਰ ਸੈਂਡਸਟੋਨ ਦੇ ਵਿੱਚ ਉਹਦੇ ਵਿੱਚੋਂ ਬਹੁਤ ਸਾਰੀਆਂ ਮੂਰਤੀਆਂ, ਜੇ ਦੋਸਤ ਸਾਰੇ ਦੇਖਣਾ ਚਾਹੁੰਦੇ ਹੋਣ ਜਾਂ ਗੱਲ ਕਰਨਾ, ਤਾਂ ਉਹਦੇ ਵਿੱਚੋਂ ਬਹੁਤ ਸਾਰੀਆਂ ਮੂਰਤੀਆਂ ਜਿਹੜੀਆਂ ਉਹ ਪੱਥਰਾਂ ਦੇ ਉੱਤੇ ਘੜੀਆਂ ਹੋਈਆਂ, ਬਣਾਈਆਂ ਹੋਈਆਂ, ਉਹ ਸਾਧੂ ਆਸ਼ਰਮ ਹੁਸ਼ਿਆਰਪੁਰ ਸ਼ਿਫਟ ਕਰ ਦਿੱਤੀਆਂ ਗਈਆਂ ਨੇ ਬਹੁਤ ਸਾਰੀਆਂ। ਕੁਝ ਬਹੁਤ ਵੱਡੇ ਵੱਡੇ ਪਿੱਲਰ ਨੇ ਜਿਹੜੇ ਨਹੀਂ ਚੱਕੇ ਗਏ, ਉਹ ਨਹੀਂ ਹੈ। ਤਾਂ ਉਹਦੀ ਜਿਹੜੀ ਇੰਨੀ ਬਾਰੀਕੀ ਔਰ ਉਹਦੀ ਸੈਂਡਸਟੋਨ 'ਤੇ ਬਾਰੀਕੀ ਜਿਹੜੀ ਦੇਖ ਕੇ ਮੈਂ ਤਾਂ ਦੰਗ ਹੀ ਰਹਿ ਗਿਆ ਕਿ ਯਾਰ ਦੇਖੋ ਤੁਸੀਂ ਕਿੱਥੇ ਕਿੱਥੇ ਵਿਚਰ ਰਹੇ ਹੁੰਦੇ ਆ ਤੁਸੀਂ, ਉਹ ਸਾਰੇ ਦੇ ਸਾਰੇ। ਸੋ ਉਹਨੂੰ ਕਿਤੇ ਨਾ ਕਿਤੇ ਸਾਰੇ ਜਦੋਂ ਬਚਾ ਕੇ ਰੱਖਦੇ ਆ ਅਸੀਂ, ਉਹ ਤੁਹਾਡੇ ਅੰਦਰ ਧੜਕਦੇ ਨੇ, ਉਹ ਤੁਹਾਨੂੰ ਉਹ ਜਗਾਉਂਦੇ ਨੇ, ਤੁਸੀਂ ਉਹਨਾਂ ਲਈ ਦੁਆ ਕਰਦੇ ਹੋ। ਉਹਨਾਂ ਲੋਕਾਂ ਲਈ 100 ਸਾਲ ਪਹਿਲਾਂ ਹੋ ਗਏ ਲੋਕਾਂ ਨੂੰ, ਜਿਨ੍ਹਾਂ ਦੀਆਂ ਨਾ ਤੁਹਾਡੇ ਮਨ 'ਚ ਤਸਵੀਰਾਂ ਨੇ, ਬਸ ਸਿਰਫ ਉਹਨਾਂ ਦੇ ਸ਼ਿਲਪ ਵਾਲੇ ਹੱਥ ਤੁਹਾਨੂੰ ਦੀਦੇ ਨੇ, ਤੇ ਤੁਸੀਂ ਉਹਨਾਂ ਦੇ ਸ਼ਿਲਪੀ ਹੱਥਾਂ ਨੂੰ ਹੀ ਸੈਲਿਊਟ ਕਰਦੇ ਤੁਰੇ ਜਾਂਦੇ ਆ, ਤਾਂ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ ਕਿ ਹਾਂ ਯਾਰ ਅਸੀਂ ਇਸੇ ਤਰ੍ਹਾਂ ਅਸੀਂ ਕਿਸੇ ਦੀ ਕਵਿਤਾ ਪੜ੍ਹਦੇ ਹਾਂ। ਮੈਂ ਡਾਇਰੀ ਪੜ੍ਹਦਾ ਗੁਰਪ੍ਰੀਤ ਦੀ, ਤਾਂ ਮੇਰੇ ਮਨ 'ਚ ਉਹਦੇ ਲਈ ਇੰਨੀਆਂ ਦੁਆਵਾਂ ਨਿਕਲੀਆਂ ਸ਼ੁਰੂ ਹੋ ਜਾਂਦੀਆਂ ਨੇ, ਤਾਂ ਮੈਂ ਆਪ ਦ੍ਰਵਿਤ ਹੋ ਜਾਂਦਾ, ਮੇਰੀਆਂ ਅੱਖਾਂ 'ਚ ਪਾਣੀ ਉਤਰ ਆਉਂਦਾ। ਯਾਰ ਇਹ ਲੋਕ ਦੇਖੋ ਕਿੱਥੇ ਵਿਚਰ ਰਿਹਾ ਹੋਏਗਾ ਗੁਰਪ੍ਰੀਤ ਜਿਸ ਵੇਲੇ ਇਹ ਡਾਇਰੀ ਲਿਖ ਰਿਹਾ ਹੋਏਗਾ, ਆਹ ਪੰਨਾ ਲਿਖ ਰਿਹਾ ਹੋਏਗਾ। ਮੈਂ ਪੰਨਾ ਪੜ੍ਹਦਾ कि हिंदी कवि मंगलेश डबराल मेरी पसंद का कवि है। ऐदी पुस्तक लेखक की रोटी बिचली डायरी मैं बार बार पढ़ता हाँ। हर बार वो इस तरह लगती है जिमें पहली बार पढ़ रहा हो। ਉਹਦਾ एक पन्ना है चंगा आदमी बनो। मैं रोज़ सोचता हाँ की सोच के चंगा आदमी बनया जा सकता है। चंगा आदमी की हुंदा है, ਕਿਹੋ ਜਿਹਾ ਹੁੰਦਾ ਹੈ, ਕਿਸ ਵਰਗਾ। ਉਹ ਕਿਸੇ ਹੋਰ ਪੰਨੇ ਤੇ ਲਿਖਦਾ ਹੈ ਮੈਂ ਮਨੁੱਖ ਹਾਂ ਜਾਂ ਕਵੀ, ਜਾਂ ਮਨੁੱਖ ਤੇ ਕਵੀ। ਕੀ ਮੈਂ ਕਵੀ ਹਾਂ ਜੋ ਇਸ ਸੰਸਾਰ ਦਾ ਇੱਕ ਆਮ ਮਨੁੱਖ ਵੀ ਹੈ, ਜਾਂ ਕਿ ਮੈਂ ਇੱਕ ਮਨੁੱਖ ਹਾਂ ਜੋ ਇਸ ਸੰਸਾਰ 'ਚ ਕਵਿਤਾ ਵੀ ਲਿਖਦਾ ਹੈ। ਆਪਣੇ ਆਪ ਨੂੰ ਸਵਾਲ ਕਰਨਾ ਦਰਅਸਲ ਆਪਣੇ ਆਪ ਕੋਲ ਰੁਕਣਾ ਹੈ। ਇਟਸ ਬਿਊਟੀਫੁਲ। ਇਹ ਲਾਈਨ ਜਿਹੜੀ ਹੈ ਗੁਰਪ੍ਰੀਤ ਦੀ, ਘੜੀ ਪਲ ਆਪਣੇ ਆਪ ਕੋਲ ਬੈਠਣਾ ਹੈ, ਜੋ ਅੱਜ ਦੇ ਸਮੇਂ 'ਚ ਬਿਲਕੁਲ ਹੀ ਨਹੀਂ ਰਿਹਾ। ਜਿਹੜਾ ਮੈਂ ਸਵਾਲ ਪੈਦਾ ਕੀਤਾ ਸੀ, ਇਹ ਫੁਰਸਤ ਤੇ ਸਕੂਨ ਦੇ ਪਲ ਸਾਡੇ ਤੋਂ ਕੌਣ ਖੋਹ ਰਿਹਾ ਹੈ।
वो कौन है जो सानू साथों ही दूर करी जा रहा है? तो यह पोलीटिकल है, बहुत तिखा पोलीटिकल प्रहार है। तुसी डायरी लिखदे आ भी, तुसी कुछ भी करदे आ पोलीटिकल हुंदे हो, तुसी इश्क करदे आ वध पोलीटिकल हुंदे हो, बजाते सियासत करदे आ। ਉਹਦਾ ਵਰਸਿਸ ਕੀਤਾ ਜਾਵੇ। ਜਦੋਂ ਤੁਸੀਂ ਸਿਆਸਤ ਕਰਦੇ ਤੁਸੀਂ ਘੱਟ ਪੋਲੀਟੀਕਲ ਹੋ, ਇਸ਼ਕ ਕਰ ਰਹੇ ਹੋ, ਬਹੁਤ ਜ਼ਿਆਦਾ ਪੋਲੀਟੀਕਲ ਹੋ ਤੁਸੀਂ। ਗੁਰਪ੍ਰੀਤ ਵੀ ਪੋਲੀਟੀਕਲ ਹੈ, ਡਾਇਰੀ ਲਿਖਦੇ ਆ ਪੋਲੀਟੀਕਲ ਹੈ। ਔਰ ਜਿਹੜਾ ਸਵਾਲ ਉਹਨੇ ਇੱਥੇ ਪੈਦਾ ਕੀਤਾ ਹੈ, ਮਨੁੱਖ ਦੀ ਐਗਜ਼ਿਸਟੈਂਸ ਦਾ ਪੈਦਾ ਕੀਤਾ ਹੈ ਕਿ ਸਾਨੂੰ ਸਾਡੇ ਨਾਲ ਉਹ ਕੌਣ ਤੋੜ ਰਿਹਾ ਹੈ, ਇਹ ਬਹੁਤ ਵੱਡਾ ਸਵਾਲ ਹੈ ਅੱਜ 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 ਦੇ ਮਰਹਲਿਆਂ ਦੇ ਵਿੱਚ। ਜਦੋਂ ਅਸੀਂ ਇੰਨੀ ਲਾਊਡ ਪੋਇਟਰੀ ਚੱਕ ਚੱਕ ਕੇ ਫੇਸਬੁੱਕਾਂ 'ਤੇ ਪਾਈ ਜਾ ਰਹੇ ਹਾਂ ਔਰ ਅਸੀਂ ਥੱਲੇ ਲਿਖੀ ਜਾ ਰਹੇ ਹਾਂ ਅੱਜ ਦੇ ਸਮੇਂ 'ਚ ਇੰਨਾ ਹੀ ਇਹ ਲਾਊਡ ਹੋ ਜਾਣਾ ਕੋਈ ਉਲਾਂਭਾ ਨਹੀਂ। ਮੈਂ ਕਹਿੰਦਾ ਲਾਊਡ ਹੋ ਜਾਣਾ ਉਲਾਂਭਾ ਨਹੀਂ, ਪਰ ਉਹਦੇ ਵਿੱਚੋਂ ਸਾਹਿਤਿਕਤਾ ਖਤਮ ਹੋ ਜਾਣੀ ਉਲਾਂਭਾ ਆ। ਉਹ ਸਾਹਿਤਿਕਤਾ ਖਤਮ ਹੋਈ ਆ ਜਦੋਂ ਗੁਰਪ੍ਰੀਤ ਇਹ ਸਵਾਲ ਆਪਣੀ ਡਾਇਰੀ ਦੇ ਵਿੱਚ ਚੁੱਕਦਾ ਆ, ਤਾਂ ਉਹ ਸਾਹਿਤਿਕ ਵੀ ਆ। ਉਹ ਹਵਾਲਾ ਮੰਗਲੇਸ਼ ਡਬਰਾਲ ਦਾ ਦੇ ਰਿਹਾ, ਪਰ ਆਪਣੀ ਗੱਲ ਕਰਦੇ ਆ ਜਿਸ ਵੇਲੇ ਉਹ ਕਹਿੰਦਾ ਕਿ ਭਾਈ ਤੂੰ ਕਹਿ ਰਿਹਾ ਆਪਣੇ ਕੋਲ ਰੁਕੋ, ਆ ਬੈਠ ਮੇਰੇ ਪਾਸ। ਜਦੋਂ ਮੈਂ ਕਹਿ ਰਿਹਾ ਯਾਰ ਤੁਹਾਨੂੰ ਕੋਈ ਪਾਸ ਬੈਠਣ ਹੀ ਨਹੀਂ ਦੇ ਰਿਹਾ ਆਪਣੇ ਆਪ ਦੇ, ਤਾਂ ਉਹ ਸਵਾਲ ਜਿਹੜਾ ਹੈ ਗੁਰਪ੍ਰੀਤ ਇੱਕ ਪੋਲੀਟੀਕਲ ਸਵਾਲ ਸਾਡੇ ਸਾਹਮਣੇ ਪੈਦਾ ਕਰ ਜਾਂਦਾ। ਹੁਣ ਮੈਂ ਕਿ ਗੁਰਪ੍ਰੀਤ ਪੋਲੀਟੀਕਲ ਸਵਾਲ ਪੈਦਾ ਕਰ ਜਾਂਦਾ ਡਾਇਰੀ ਲਿਖਦੇ ਆ। ਗੁਰਪ੍ਰੀਤ ਕਵਿਤਾ ਪੇਸ਼ ਕਰ ਜਾਂਦਾ ਡਾਇਰੀ ਲਿਖਦੇ ਆ। ਉਹ ਨੈਚੁਰਲੀ ਉਹ ਤਾਂ ਕਵੀ ਹੈ, ਉਹ ਕੋਈ ਗੱਲ ਕਹੇਗਾ, ਉਹ ਕੋਈ ਤਸਵੀਰ ਖਿੱਚੇਗਾ, ਉਹ ਕੋਈ ਰੇਖਾ ਖਿੱਚੇਗਾ, ਉਹ ਬੱਚੇ ਦੇ ਕਾਪੀ ਦੇ ਉੱਤੇ ਟਿਕ ਮਾਰ ਕੇ ਕਰੇਗਾ, ਉਹ ਪੋਇਮ ਹੋਏਗੀ। ਉਹਦੀਆਂ ਬਹੁਤ ਸਾਰੀ ਡਾਇਰੀ ਦੇ ਪੰਨਿਆਂ ਦੇ ਵਿੱਚ ਉਹ ਜਦੋਂ ਕਵਿਤਾਵਾਂ ਪੜ੍ਹਦਾ ਤਾਂ ਬੱਚੇ ਕਿਸ ਤਰੀਕੇ ਰਿਐਕਟ ਕਰਦੇ ਨੇ ਕਿ ਇਹ ਤਾਂ ਇਹ ਕਵਿਤਾ ਤਾਂ ਮੇਰੀ ਕਲਾਸ ਦੇ ਇੱਕ ਕੁੜੀ ਕਹਿੰਦੀ, ਬੱਚੀ ਕਹਿੰਦੀ ਹੈ ਕਿ ਇਹ ਕਵਿਤਾ ਤਾਂ ਸਰ ਮੇਰੀ ਕਲਾਸ ਦੇ ਮੁੰਡਿਆਂ ਵਰਗੀ ਕਵਿਤਾ ਹੈ। ਇਹ ਹੈ ਨਾ, ਉਹ ਗੁਰਪ੍ਰੀਤ ਉਹਨਾਂ ਦੇ ਵਿੱਚੋਂ ਕਵਿਤਾਵਾਂ ਕੱਢਦਾ ਹੈ, ਗੁਰਪ੍ਰੀਤ ਉਹਨਾਂ ਦੇ ਵਿੱਚੋਂ ਕਵਿਤਾ ਫੜਦਾ ਆ। ਸੋ ਮੈਂ ਦੇਖ ਰਿਹਾ ਕਿ ਗੁਰਪ੍ਰੀਤ ਤੁਹਾਨੂੰ ਦੇਖੇਗਾ ਤਾਂ ਤੁਹਾਨੂੰ ਇੱਦਾਂ ਦੇਖੇਗਾ ਕਵਿਤਾ ਨੂੰ ਦੇਖਣ ਡਿਆ ਯਾਰ ਉਹ ਹਾਈਟ ਆ, ਬਸ ਕਰ ਯਾਰ ਤੂੰ ਕੈਸਾ ਕਵੀ ਦੀ ਉਹਦੀ ਅੱਖ ਹੈ, ਉਹਦੀ ਉਹ ਗੋਲ ਐਨਕ, ਉਹਦਾ ਉਹ ਜੋ ਵੀ ਹੈ ਗੁਰਪ੍ਰੀਤ। ਉਹਨੇ ਜਿਹਨੂੰ ਦੇਖਣਾ ਹੈ ਉਹਨੇ ਸਥੂਲ ਨੂੰ ਦੇਖਣਾ, ਸੂਖਸ਼ਮ ਹੋ ਜਾਣੀ ਹੈ ਉਹ ਚੀਜ਼। ਉਹਨੇ ਪੱਥਰ ਨੂੰ ਦੇਖਣਾ ਹੈ, ਉਹਨੇ ਮੋਮ ਹੋ ਜਾਣਾ, ਪਿਘਲ ਜਾਣਾ ਹੈ, ਬੋਲਣ ਲੱਗ ਪੈਣਾ। ਪੱਥਰ ਨੱਚਣ ਲੱਗ ਸਕਦਾ, ਪੱਥਰ ਦੌੜਨ ਲੱਗ ਸਕਦਾ, ਪੱਥਰ ਨੂੰ ਬਾਹਾਂ ਨਿਕਲ ਸਕਦੀਆਂ ਪੱਥਰ ਦੀਆਂ, ਪੱਥਰ ਦੇ ਹੱਥ 'ਚ ਸ਼ੰਖ ਆ ਸਕਦਾ ਆ, ਪੱਥਰ ਦੇ ਹੱਥ 'ਚ ਧਨੁਸ਼ ਆ ਸਕਦਾ ਆ, ਪੱਥਰ ਕਾਮਰੂਪ ਹੋ ਸਕਦਾ ਆ ਜਿਹਦੇ ਹੱਥ 'ਚ ਧਨੁਸ਼ ਕਦੇ ਕਲੀਆਂ ਦਾ ਹੋ ਸਕਦਾ ਹੈ ਤੇ ਕਦੇ ਮਧੂਮੱਖੀਆਂ ਦਾ ਧਨੁਸ਼ ਹੋ ਸਕਦਾ ਆ ਕਾਮਰੂਪ ਉਸ ਪੱਥਰ ਦੇ ਵਿੱਚ। ਤਾਂ ਉਹ ਕਿਵੇਂ ਆਪਣੀ ਡਾਇਰੀ ਦੇ ਵਿੱਚ ਲਿਖਦਾ ਕਵੀ ਮਨ ਹੈ, ਉਹ ਕਵਿਤਾ ਹੀ ਕਹਿਣ ਲੱਗ ਪੈਂਦਾ ਹੈ। ਉਹਦੇ ਕੋਲ ਆਏ ਹੋਏ ਸ਼ਬਦ ਜਿਹੜੇ ਆ ਉਹ ਧੜਕਣ ਲੱਗ ਪੈਂਦੇ ਨੇ, ਉਹਨਾਂ ਦੇ ਵਿੱਚ ਹਿਰਦੈ ਪਰਿਵਰਤਨ ਆ ਜਾਂਦਾ ਹੈ। ਉਹਨਾਂ ਸਥੂਲ ਸ਼ਬਦਾਂ ਦੇ ਵਿੱਚ ਸੂਖਮਤਾ ਧੜਕਦੀ ਹੈ, ਕਿਵੇਂ ਉਹਨੂੰ ਦੀਦੀ ਹੈ। ਮੈਂ ਉਹਦੀ ਡਾਇਰੀ ਦੇ ਪੰਨੇ ਪੜ੍ਹਦਾ ਤਾਂ ਮੈਂ ਉਹਨੂੰ ਕਵੀ ਹੁੰਦਿਆਂ ਦੇਖ ਰਿਹਾ। 151 ਪੇਜ ਦੇ ਉੱਤੇ ਹੈ ਉਹਦਾ ਛੋਟਾ ਜਿਹਾ ਟੁਕੜਾ ਡਾਇਰੀ ਦਾ। 13 ਫਰਵਰੀ 2016 ਦੀ ਡਾਇਰੀ ਲਿਖੀ ਹੋਈ ਹੈ ਉਹਨੇ, ਕਿਵੇਂ ਉਹ ਕਵੀ ਹੋ ਰਿਹਾ ਹੈ ਡਾਇਰੀ ਲਿਖਦਿਆਂ। ਔਰ ਤੁਸੀਂ ਅਹਿਸਾਸ ਕਰੋਗੇ ਕਿ ਕਿਵੇਂ ਬੰਦਾ ਕਵੀ ਹੁੰਦਾ ਹੈ ਆਪਣੇ ਜੀਵਨ 'ਚ। ਸਾਹ ਲੈਂਦਿਆਂ ਉਹ ਕਵੀ ਹੋ ਜਾਂਦਾ ਆ, ਫਿਰ ਕਵੀ ਦੇ ਵਿੱਚੋਂ ਲੰਘ ਜਾਂਦਾ, ਫਿਰ ਨੋਰਮਲ ਸਾਹ ਲੈਣ ਲੱਗ ਪੈਂਦਾ ਹੈ। ਤੁਹਾਨੂੰ ਉਹ ਕਵੀ ਹੋਣ ਦਾ ਜਿਹੜੀ ਘਟਨਾ ਘਟਿਤ ਹੁੰਦੀ ਹੈ, ਜਿਹੜੀ ਇੱਕ ਬਹੁਤ ਸੂਖਸ਼ਮ ਘਟਨਾ ਹੈ, ਜਿਹੜੀ ਵਗਦੀ ਅੱਖ ਨੂੰ, ਦਿਖਦੀ ਅੱਖ ਨੂੰ, ਨੰਗੀ ਅੱਖ ਨੂੰ ਨਹੀਂ ਦਿਖ ਸਕਦੀ, ਉਹ ਕਵੀ ਨੂੰ ਖੁਦ ਉਹਦੇ ਵਿੱਚੋਂ ਦੀ ਜਿਸ ਵੇਲੇ ਤੁਸੀਂ ਪ੍ਰਸਫੁਟਿਤ ਹੁੰਦਾ ਦੇਖਦੇ ਆ ਤਾਂ ਤੁਹਾਡੇ ਮਨ 'ਚ ਵੀ ਅਹਿਸਾਸ ਜਾਗ ਸਕਦਾ। ਇਸ ਡਾਇਰੀ ਦੀ ਖੂਬਸੂਰਤੀ ਜਿਹੜੀ ਆ ਉਹ ਮੈਨੂੰ ਲੱਗਦੀ ਆ। ਬਸੰਤ ਦੇ ਪੀਲੇ ਫੁੱਲ ਮੈਨੂੰ ਬਹੁਤ ਪਸੰਦ ਨੇ, ਪੀਲੀਆਂ ਪੱਗਾਂ ਤੇ ਚੁੰਨੀਆਂ ਵੀ। ਆਕਾਸ਼ ਉੱਡਦੇ ਪਤੰਗ ਮੇਰੇ ਖਿਆਲਾਂ ਦੀ ਉਡਾਨ ਬਣਦੇ ਨੇ, ਪਰ ਮੈਥੋਂ ਕਦੇ ਵੀ ਪਤੰਗ ਉਡਾਇਆ ਨਹੀਂ ਗਿਆ। ਕਦੇ ਤਲਾਵਾਂ ਠੀਕ ਨਾ ਪੈਂਦੀਆਂ, ਕਦੇ ਪੂਛ ਛੋਟੀ ਲੰਮੀ ਲੱਗ ਜਾਂਦੀ। ਮੈਂ ਮਨ ਹੀ ਮਨ ਪਤੰਗਾਂ ਨੂੰ ਚੜਾਉਂਦਾ ਤੇ ਆਕਾਸ਼ ਤੋਂ ਬਾਹਰ ਲੈ ਜਾਂਦਾ। ਹੁਣੇ ਕਵੀ ਚੱਲ ਪਿਆ, ਆ ਗਿਆ ਕਵੀ।
बचपन च मैं चिड़ियां नूं अपने टोकरे हेठां नहीं फड़ सकिया, सारा दोपहरा इसे कोशिश च कढ दिना। हो सकता है मैं मनो इन्हां नूं फड़ना ही ना चाहुंदा होवां, टोकरा लाया होया बैठा चिड़ियां आउण ते मैं फांदक, हाय हाय वो फांदक तो है ही नहीं यार। महर्षि भगवान वाल्मीकि जी दे कोल एक पंछी तड़फदा डिग्या, तीर लग्या होया उहनूं, महाकवि हो गए। द्रवत संवेदन अंतर कुरला उठे होणगे, वो अवस्था। महाकवि महर्षि, हो सकता है मैं मनो इन्हां नूं फड़ना ही ना चाहुंदा होवां, जरूर यही गल होवेगी। तां ही तां ये चिड़ियां मेरे कवितावां दे टोकरे हेठां आउण लग पईयां ने। हुण ओह चिड़ियां कवितावां दे टोकरे हेठां आउण लग पईयां ने। हाय यार, फांदक नहीं हो सकता गुरप्रीत, क्योंकि गुरप्रीत कवि है। नहीं नहीं, वो फांदक हो ही नहीं सकता। ਉਹਦੇ ਉਹ ਕਵਿਤਾਵਾਂ ਵੀ ਜਦੋਂ ਆਉਣਗੀਆਂ ਉਹਦੇ ਟੋਕਰੇ ਹੇਠ ਨਹੀਂ ਆਉਣਗੀਆਂ, ਉਹਦਾ ਟੋਕਰਾ ਫਿਰ ਆਕਾਸ਼ ਹੋਏਗਾ। उल्टा कुआं गगन का तिसमें जरे चिराग, तिसमें जरे चिराग बिन रोगन बिन बाती, छेरत 12 मास रहे जरता दिन राती। और निकसे एक आवाज चिराग की ज्योति माहे, ज्ञान समाधि सुने और कोई सुनता नाहे। और पलटू जे को सुने ताके पूरे भाग, उल्टा कुआं गगन का तिसमें जरे चिराग। जो कवि मन देख रहा होएगा, और मैं सतगुरु नानक देव जी के जे पैरों च असीं बैठते हैं, जो वो आसमान की टैक्सट पढ़ते हैं, और फिर आरती का फैलाओ जिहड़ा है, तो उन्होंने पैरों च ही तो गुरप्रीत ਜਾਂ ਸਾਡੇ ਵਰਗੇ ਰੁਲ ਖੁਲ ਕੇ ਅਸੀਂ ਇਸ ਚਿੰਤਨ 'ਚ, ਇਹਨਾਂ ਸਿਧਾਂਤਾਂ 'ਚ, ਇਹਨਾਂ ਪੋਇਟਰੀ 'ਚ, ਇਹਨਾਂ ਐਡੇ ਉੱਚ ਖਿਆਲਾਂ ਦੇ ਵਿੱਚ ਹੀ ਤਾਂ ਇਹਨਾਂ ਦੇ ਪੈਰਾਂ ਦੇ ਵਿੱਚ ਹੀ ਠੋਕਰਾਂ ਖਾ ਕੇ ਤਾਂ ਅਸੀਂ ਸ਼ਬਦ ਜੋੜਨੇ ਸ਼ੁਰੂ ਕੀਤੇ ਆ। ਸੀ ਸਾਡੇ ਫਾਂਦਕਾਂ ਦੇ ਟੋਕਰੇ ਫਿਰ ਕਿੱਥੇ ਹੋ ਸਕਦੇ ਨੇ? ਨਹੀਂ ਹੋ ਸਕਦੇ ਗੁਰਪ੍ਰੀਤ, ਫਾਂਦਕ ਨਹੀਂ ਹੋ ਸਕਦਾ। ਗੁਰਪ੍ਰੀਤ ਦੇ ਕੋਲ ਕਦੇ ਟੋਕਰਾ ਨਹੀਂ ਹੋ ਸਕਦਾ, ਹੈ ਹੀ ਨਹੀਂ। ਉਹ ਵੀ ਕਲਪਨਾ ਹੀ ਕਰਦਾ ਹੈ। ਐਸਾ ਪੋਇਟ ਹੈ ਯਾਰ ਉਹ। ਦੇਖੋ ਨਾ, ਮੈਂ ਤੈਨੂੰ ਕਿਹਾ ਸੀ ਉਹ ਪੋਇਟ ਹੋ ਜਾਂਦਾ। ਉਹਦੇ ਤੁਹਾਡੇ ਸਾਹਮਣੇ ਉਹਦੀਆਂ ਇੰਨੀਆਂ ਤਸਵੀਰਾਂ, ਇੰਨੀਆਂ ਸ਼ੇਡਸ, ਇੰਨੇ ਕਲਰਸ, ਇੰਨੇ ਰੰਗ, ਇੰਨੇ ਭੇਦ, एडा ਉਹਦਾ ਵਿਸਥਾਰ ਖੁੱਲਣਾ ਸ਼ੁਰੂ ਹੋ ਜਾਂਦਾ ਆ ਜਦੋਂ ਤੁਸੀਂ ਉਹਨੂੰ ਮਲੰਗਾ ਵਾਂਗ ਪੜ੍ਹਦੇ ਆ, ਜਦੋਂ ਤੁਸੀਂ ਉਹਨੂੰ ਅੱਖ ਨਾਲ ਨਹੀਂ ਪੜ੍ਹਦੇ, ਲਾਇਬ੍ਰੇਰੀ 'ਚ ਕੁਰਸੀ 'ਤੇ ਬਹਿ ਕੇ ਨਹੀਂ ਪੜ੍ਹਦੇ, ਤੁਸੀਂ ਮਸਾਣਾ 'ਚ ਜਾ ਕੇ ਬੌਰੇ ਦੀ ਅੱਗ ਦੀ ਲੋਏ ਪੜ੍ਹਦੇ ਆ, ਤਾਂ ਗੁਰਪ੍ਰੀਤ ਇੰਨਾ ਹੀ ਜ਼ਿਆਦਾ ਪੋਇਟਿਕ ਹੋ ਜਾਂਦਾ ਹੈ। ਫਿਰ ਮੈਂ ਦੇਖਦਾ ਕਿ ਤੁਸੀਂ ਆਪਣੀ ਕਵਿਤਾ ਦੇ ਸਹਾਰੇ ਲੜ ਰਹੇ ਹੁੰਦੇ ਆ, ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਆ, ਤੁਸੀਂ ਲਿਟਰੇਚਰ आर्ट फॉर्म कोई भी आ, तो तुसी एक संघर्ष कर रहे होंगे, एक पोलीटिकल लड़ाई दे रहे होंगे, एक समाजिक लड़ाई दे रहे होंगे। तुसी मनुख नूं मनुख बनाउण लगो तो सिद्धी सिस्टम के नाल लड़ाई दे रहे होंगे। तुसी किसी दे लई संवेदना व्यक्त कर रहे होंगे तो तुसी बहुत वड्डी लड़ाई दे रहे होंगे। तो गुरप्रीत डायरी दे विच लड़ाई दे रहा है। जां जदों दी मैं डायरी पढ़दा तो मेरे मन दे विच चार्ली चैपलिन पहुंच तुरना शुरू हो जाता। एली विज़ल नूं मैं याद करन लग पैंदा, मैं गोरख पांडे नूं याद करन लग पैंदा। फिर वो गोरख पांडे दीयां लड़ाइयां, एली विज़ल दीयां लड़ाइयां, चार्ली चैपलिन दीयां लड़ाइयां, सारियां मेरियां लड़ाइयां हो जांदियां ने, थ्रू गुरप्रीत हो जांदियां ने। तो इस डायरी का फिर महत्व होर वध जांदा कि हाँ भाई तुसीं जे डायरी लिख सकते हैं। डायरी भी एक ऐसी विधा है, डायरी भी एक ऐसा आर्ट फॉर्म है ਜਿਹਦੇ ਰਾਹੀਂ ਤੁਸੀਂ ਆਪਣੀਆਂ ਲਿਟਰੇਰੀ ਲੜਾਈਆਂ, ਆਪਣੀਆਂ ਸਿਧਾਂਤਕ ਲੜਾਈਆਂ, ਆਪਣੀਆਂ ਆਈਡੀਓਲੋਜੀਕਲ ਕਮਿਟਮੈਂਟ ਦੀਆਂ ਲੜਾਈਆਂ ਜਿਹੜੀਆਂ ਤੁਸੀਂ ਦੇ ਸਕਦੇ ਹੋ। ਮੈਂ ਤੁਹਾਨੂੰ ਛੋਟਾ ਡਾਇਰੀ ਦਾ ਪੰਨਾ ਪੜ੍ਹ ਕੇ ਸੁਣਾਉਣਾ, ਪੰਨਾ 53 ਤੇ ਉਹ ਛੋਟਾ ਜਿਹਾ ਫਿਕਰੇ ਲਿਖਦਾ ਕੁਝ। ਤੁਸੀਂ ਦੇਖਿਓ ਹੋ ਉਹ ਪੋਲੀਟੀਕਲ ਕਿੰਨਾ ਪੋਲੀਟੀਕਲ ਹੋ ਗਿਆ ਇਸ ਡਾਇਰੀ ਦੇ ਲਿਖਦਿਆਂ ਔਰ ਆਪਣੀ ਲੜਾਈ ਨੂੰ ਕਿਸ ਰੂਪ ਰੰਗ ਸ਼ਕਲ 'ਚ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਗੁਰਪ੍ਰੀਤ ਡਾਇਰੀ ਹੈ ਸਹਿਜ ਸੁਭਾ, ਪੰਨਾ 53 ਦੇ ਉੱਤੇ ਹੈ। ਅੱਜ ਮੈਨੂੰ ਸਾਰਾ ਦਿਨ ਹਿੰਦੀ ਕਵੀ ਗੋਰਖ ਪਾਂਡੇ ਦੀ ਕਵਿਤਾ ਉਹ ਡਰਦੇ ਨੇ ਯਾਦ ਆਉਂਦੀ ਰਹੀ। ਅਸੀਂ ਉਹਨਾਂ ਤੋਂ ਡਰਨਾ ਕਦੋਂ ਹਟਾਂਗੇ?
ਇਹ ਸਵਾਲ ਮੈਂ ਆਪਣੇ ਬਹਾਨੇ ਸਾਰਿਆਂ ਨੂੰ ਕਰਦਾ ਹਾਂ। ਕਵਿਤਾ ਇੱਕ ਵਾਰ ਫਿਰ ਡਾਇਰੀ ਵਿੱਚ ਉਤਾਰਦਾ ਹਾਂ। ਗੋਰਖ ਪਾਂਡੇ ਦੀ ਕਵਿਤਾ ਹੈ, ਉਹ ਡਾਇਰੀ 'ਚ ਨਹੀਂ ਉਤਾਰ ਰਿਹਾ, ਤੁਹਾਡੇ ਹਿਰਦੇ 'ਚ ਉਤਾਰ ਰਿਹਾ ਹੈ, ਤੁਹਾਡੇ ਮਨ ਮਸਤਕ 'ਚ ਉਤਾਰ ਰਿਹਾ ਹੈ, ਆਪਣੇ ਮਨ ਮਸਤਕ 'ਚ ਉਤਾਰ ਰਿਹਾ। ਉਹ ਪੋਲੀਟੀਕਲ ਲੜਾਈ ਲੜ ਰਿਹਾ, ਉਹ ਕਵਿਤਾ ਨਹੀਂ ਉਤਾਰ ਰਿਹਾ, ਉਹ ਕਿਤੇ ਮਿਆਨ 'ਚੋਂ ਤਲਵਾਰ ਕੱਢ ਰਿਹਾ ਹੈ। ਉਹ ਜਿਹੜੀ ਇਨਵਿਜ਼ੀਬਲ ਹੁੰਦੀ ਹੈ ਵਿਸ਼ਨੂੰ ਦੇ ਧਨੁਸ਼ ਸਾਰੰਗ ਵਰਗੀ, ਕਿ ਜਿਹਨੂੰ ਤੁਸੀਂ ਹੱਥ ਲਾ ਦੋਗੇ ਫਿਰ ਜਿਹਨੂੰ ਉਹ ਸ਼ਬਦ ਹੱਥ ਲਾ ਦੇਣਗੇ ਉਹ ਸਾਰੰਗ ਹੋ ਜਾਏਗਾ, ਤੁਹਾਡੀ ਲੜਾਈ ਲਈ ਸਿੱਧਾ ਹਥਿਆਰ ਬਣ ਜਾਏਗਾ। ਇਹ ਬਹੁਤ ਸੂਖਮ ਗੱਲਾਂ ਹੁੰਦੀਆਂ ਨੇ ਇਹਨਾਂ ਲੋਕਾਂ ਦੀਆਂ। ਇਹ ਤਾਂ ਕਹਿਣਗੇ ਡਾਇਰੀ 'ਚ ਉਤਾਰਦਾ ਹਾਂ, ਪਰੰਤੂ ਜਿੱਥੇ ਉਹ ਉਤਾਰਦੇ ਨੇ ਉੱਥੇ ਫਿਰ ਖੰਜਰ ਵੀ ਉਤਰਿਆ ਉਹਨਾਂ ਕੰਮ ਨਹੀਂ ਕਰ ਸਕਦਾ ਜਿੰਨਾ ਸ਼ਬਦ ਕਰਦਾ ਹੁੰਦਾ। ਫਿਰ ਉਹ ਕਵਿਤਾ ਹੈ। ਉਹ ਡਰਦੇ ਨੇ, ਕਿਸ ਗੱਲ ਤੋਂ ਡਰਦੇ ਨੇ? ਉਹ तमाम धन दौलत, गोला बारूद, पुलिस फौज के बावजूद वो डरते ने कि एक दिन निहत्थे ते गरीब लोग उन्हां तो डरनों हट जाणगे। दिस इज द पॉइंट, दिस इज द पॉइंट, दिस इज लिटरेचर, दिस इज लड़ाई, दिस इज लेफ्टिज्म, दिस इज अर्बन नक्सल। ਇਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਇੱਕ ਫਿਕਰੇ ਦੇ ਵਿੱਚ ਤੁਹਾਨੂੰ ਜਾਗਰਿਤ ਕਰ ਜਾਣਾ ਹੁੰਦਾ, ਪੀੜ੍ਹੀਆਂ ਨੂੰ ਜਾਗਰਿਤ ਕਰ ਜਾਣਾ ਹੁੰਦਾ, ਜਿਹੜੇ ਕਦੇ ਸ਼ਬਦ ਮਾਰਨੇ ਨਹੀਂ ਹੁੰਦੇ। ਜਦ ਤੱਕ ਸੰਘਰਸ਼ ਚੱਲਣੇ ਹੁੰਦੇ ਆ ਉਦੋਂ ਤੱਕ ਉਹ ਸਾਰੇ ਦਾ ਸਾਰਾ ਚੱਲਣਾ ਹੁੰਦਾ ਆ। ਔਰ ਗੁਰਪ੍ਰੀਤ ਆਪਣੀ ਇਸ ਡਾਇਰੀ 'ਚ ਆਣ ਕੇ ਕਿੱਥੇ ਫਿਰ ਸਿਧਾਂਤਕ ਹੋ ਜਾਂਦਾ ਹੈ ਜਾਂ ਕੇਸ ਮਨ ਦੀ ਕਿਸ ਅਵਸਥਾ 'ਚ ਵਿਚਰਨ ਲੱਗਦਾ ਹੈ ਗੁਰਪ੍ਰੀਤ, ਉਹ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਗੁਰਪ੍ਰੀਤ ਨੂੰ ਜਦੋਂ ਪੜ੍ਹਦੇ ਹੋ ਤਾਂ ਉਹਦੇ ਮਨ ਦੀ ਵਿਚਰਨ ਅਵਸਥਾ ਦੇ ਜੇ ਦੀਦਾਰ ਤੁਹਾਡੇ ਕੋਲ ਹੋਣ ਤੇ ਫਿਰ ਇਕੱਲਾ ਗੁਰਪ੍ਰੀਤ ਨਹੀਂ, ਤੁਸੀਂ ਕਿਸੇ ਦੀ ਵੀ ਕਵਿਤਾ ਫਿਰ ਪੜ੍ਹੋਗੇ ਤੇ ਮਨ 'ਚ ਤੁਹਾਡੇ ਭਾਵੇਂ ਗੁਰਪ੍ਰੀਤ ਹੀ ਹੋਵੇ ਕਿ ਉਹ ਕਿਸ ਤਰੀਕੇ ਸੋਚਦੇ ਹੁੰਦੇ ਨੇ। ਰਾਈਟਰ ਲੋਕ ਕਿੰਨਾ ਸੰਘਨ ਹੁੰਦਾ ਹੈ, ਆਮ ਆਦਮੀ ਨਾਲੋਂ ਕਿਵੇਂ ਅਡਰੇ ਹੁੰਦੇ ਨੇ। ਇਹ ਅਡਰੇ ਹੁੰਦੇ ਨੇ ਆਮ ਆਦਮੀ ਨਾਲੋਂ, ਇਹ ਅਡਰੇ ਅਲੱਗ ਹੁੰਦੇ ਨੇ, ਇਹਨਾਂ ਦੀ ਦੁਨੀਆ ਅਲੱਗ ਹੁੰਦੀ ਹੈ, ਇਹਨਾਂ ਦਾ ਜੀਣਾ ਅਲੱਗ ਹੁੰਦਾ ਹੈ। ਇਹ ਸੱਚੀਓ ਹੀ ਅਲੱਗ ਲੋਕ ਹੁੰਦੇ ਨੇ। ਤੁਸੀਂ ਦੇਖੋ ਕਿਵੇਂ ਅਲੱਗ ਹੁੰਦੇ ਨੇ। ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਛੋਟਾ ਜਿਹਾ ਟੁਕੜਾ ਗੁਰਪ੍ਰੀਤ ਦੀ ਇਸ ਡਾਇਰੀ ਦਾ। ਗੁਰਪ੍ਰੀਤ ਵਿਚਰਿਆ ਦੇਵਨੀਤ ਹੋਰਾਂ ਦੇ ਨਾਲ ਬਹੁਤ, ਔਰ ਇਹਦੇ ਵਿੱਚੋਂ ਬਹੁਤ ਸਾਰੇ ਟੁਕੜੇ ਜਿਹੜੇ ਨੇ ਦੇਵਨੀਤ ਹੋਰਾਂ ਨਾਲ, ਸਾਡੇ ਦੋਸਤਾਂ ਨਾਲ ਜੁੜੇ ਹੋਏ ਨੇ, ਗੁਰਜਵਾਨ ਭਾਜੀ ਹੋਰਾਂ ਨਾਲ ਜੁੜੇ ਹੋਏ ਨੇ, ਤਨਵੀਰ ਨਾਲ ਜੁੜੇ ਹੋਏ ਨੇ, ਅਨੀਮਨ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਲੇਖਕਾਂ ਦੇ ਉਹ ਟੁਕੜੇ ਨੇ। ਪਰ ਮੈਂ ਚੋਣਵੀਆਂ ਜਿਹੀਆਂ ਕੁਝ ਗੱਲਾਂ ਮੇਰੇ ਮਨ 'ਚ ਸੀਗੀਆਂ ਗੁਰਪ੍ਰੀਤ ਦੀ ਇਸ ਡਾਇਰੀ ਨੂੰ ਅੰਡਰਸਟੈਂਡ ਪੜ੍ਹਦਿਆਂ, ਵਿਚਰਦਿਆਂ, ਦੇਖਦਿਆਂ, ਖੰਗਾਲਦਿਆਂ, ਜਾਂ ਇਹ ਮੈਨੂੰ ਕਿੱਦਾਂ ਪੜ੍ਹ ਰਹੀ ਸੀ ਡਾਇਰੀ, ਉਹ ਸਾਰੇ ਦੇ ਉੱਤੇ ਚਿੰਤਨ ਕਰਦਿਆਂ। ਪੰਨਾ 185 ਹੈ, 15 ਦਸੰਬਰ 2012 ਦੀ ਡਾਇਰੀ ਦਾ ਪੰਨਾ ਹੈ। ਅੱਜ ਮੁੱਦਤ ਬਾਅਦ ਮੈਂ ਤੇ ਦੇਵਨੀਤ ਨੇ ਫਿਰ ਟ੍ਰੇਨ ਦਾ ਸਫ਼ਰ ਕੀਤਾ ਹੈ। ਦਿੱਲੀ ਬਾਰੇ ਇਹਦੀ ਕਵਿਤਾ ਹੈ, ਦੋ ਕਵੀਆਂ ਦੀ ਦਿੱਲੀ। ਪਰ ਅੱਜ ਵਾਲੀ ਦਿੱਲੀ ਰਾਜੀਵ ਗਾਂਧੀ ਹਸਪਤਾਲ ਤੱਕ ਹੀ ਹੈ ਜਿਸ ਵੇਲੇ ਦੇਵਨੀਤ ਉਹਨੇ ਬਿਮਾਰ ਹੋਈ। ਗੱਡੀ 'ਚ ਸਾਰੰਗੀ ਤੇ ਗਾਉਣ ਵਾਲਾ ਗਾ ਰਿਹਾ ਸੀ ਤੇ ਉਹਦੀ ਪਤਨੀ ਲੰਮਾ ਘੁੰਡ ਕੱਢ ਕੇ ਪੈਸੇ ਮੰਗ ਰਹੀ ਸੀ। ਫਿਰ ਇੱਕ ਡਫਲੀ ਵਾਲਾ ਆਇਆ ਤੇ ਗਾਉਣ ਲੱਗਿਆ, ਮੈਂ ਤੇਰੀ ਪਤੰਗ ਸਾਈਂ ਡੋਰ ਤੇਰੇ ਹੱਥ। ਇਸ ਤਰ੍ਹਾਂ ਇੱਕ ਲੱਤਾਂ ਤੋਂ ਆਰੀ ਮੁੰਡਾ ਗੱਡੀ 'ਚ ਆਪਣੇ ਹੀ ਕੁੜਤੇ ਨਾਲ ਫਰਸ਼ ਸਾਫ਼ ਕਰ ਸਭ ਅੱਗੇ ਹੱਥ ਅੱਡਣ ਲੱਗਿਆ। ਇਸੇ ਤਰ੍ਹਾਂ ਦੋ ਬੱਚੇ ਆਏ, ਮੁੰਡਾ ਤੇ ਕੁੜੀ, ਦੋਹੇ ਭੈਣ ਭਰਾ ਹੋਣਗੇ। ਮੁੰਡੇ ਨੇ ਕਾਲਸ ਨਾਲ ਖੜੀਆਂ ਮੁੱਛਾਂ ਬਣਾਈਆਂ ਹੋਈਆਂ ਸਨ। ਕਿਆ ਯਾਰ ਦ੍ਰਿਸ਼ ਕ੍ਰੀਏਟ ਕਰ ਰਿਹਾ। ਦੋਹੇ ਇੱਕ ਛੋਟੇ ਜਿਹੇ ਚੱਕਰ ਵਿੱਚ ਦੀ ਲੰਘ ਗਏ। ਦਿੱਲੀ ਤੱਕ 10-12 ਦੇ ਕਰੀਬ ਅਜਿਹੇ ਲੋਕ ਆਏ ਜਿਨ੍ਹਾਂ ਦਾ ਪੈਸੇ ਮੰਗਣ ਦਾ ਆਪੋ ਆਪਣਾ ਤਰੀਕਾ ਸੀ। ਨਹੀਂ, ਹੁਣ ਮੈਂ ਕੀ ਦੇਖ ਰਿਹਾ, ਜਿਹੜੀ ਮੈਂ ਗੱਲ ਤੁਹਾਨੂੰ ਕਹੀ ਕਿ ਰਾਈਟਰ ਕੀ ਹੈ, ਕਹਿੰਦਾ ਨਹੀਂ, ਮੈਂ ਆਪਣੇ ਆਪ ਨੂੰ ਆਖਦਾ ਹਾਂ ਇਹ ਤਾਂ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸੀ। ਸਭ ਕੋਲ ਕੋਈ ਨਾ ਕੋਈ ਹੁਨਰ ਸੀ। ਖੈਰ, ਜੇ ਮੈਂ ਸਭ ਨੂੰ 1-1 ਰੁਪਈਆ ਵੀ ਦਿੰਦਾ ਤਾਂ 10-12 ਰੁਪਈਏ ਦੇ ਦਿੰਦਾ, ਪਰ ਇਸ ਵਾਰ ਮੈਂ ਕਿਸੇ ਨੂੰ ਕੁਝ ਵੀ ਨਹੀਂ ਦਿੱਤਾ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਦੇਣਾ ਤਾਂ ਮੰਗਣ ਨਾਲੋਂ ਵੀ ਔਖਾ ਹੈ। ਫਿਰ ਵਿਅੰਗ ਹੈ, ਦਾਨੀ ਸੱਜਣ ਚੰਗੇ ਹੁੰਦੇ ਨੇ। ਦੇਣਾ ਤਾਂ ਮੰਗਣ ਨਾਲੋਂ ਵੀ ਔਖਾ ਹੈ। ਜਿੱਥੇ ਤੁਹਾਨੂੰ ਦੇਣਾ ਮੰਗਣ ਨਾਲੋਂ ਔਖਾ,
ਮਹਿਸੂਸ ਹੋਣ ਲੱਗ ਪਵੇ, ਅਹਿਸਾਸ ਹੋ ਜਾਵੇ, ਉੱਥੇ ਫਿਰ ਕੁਝ ਘਟਿਤ ਹੋ ਗਿਆ ਹੈ, ਕੁਝ ਨੇਚਰ ਨੇ ਕਿਤੇ ਆਸਣ ਬਦਲ ਲਿਆ ਹੈ, ਤੁਹਾਡੇ ਅੰਤਰ 'ਚ ਕਿਤੇ ਆਸਣ ਬਦਲਿਆ ਹੈ ਉਹਨੇ, ਤੇ ਤੁਸੀਂ ਕੁਦਰਤ ਹੋ ਗਏ ਹੋ, ਫਿਰ ਤੁਸੀਂ ਦ੍ਰਵਿਤ ਸੰਵੇਦਨ ਕਵੀ ਹੋ ਗਏ ਹੋ। ਔਰ ਉਹ ਆਸਣ ਕਿਹੜੇ ਵੇਲੇ ਤੁਹਾਡੇ 'ਚ ਘਟਿਤ ਹੋ ਜਾਣਾ ਹੈ, ਕਿਹੜੇ ਵੇਲੇ ਕੁਦਰਤ ਨੇ ਉਹ ਆਸਣ ਬਦਲਣਾ ਹੈ, ਇਹ ਵੀ ਉਹ ਕੁਦਰਤ ਦੇ ਹੱਥ ਹੀ ਹੁੰਦਾ ਹੈ। ਤੁਹਾਨੂੰ ਬਹੁਤ ਸਾਰੇ ਐਸੇ ਪੜਾਓ, ਮਰਹਲੇ, ਐਸੀਆਂ ਥਾਵਾਂ, ਐਸੀਆਂ ਘਟਨਾਵਾਂ, ਐਸੇ ਹੈ ਨਾ ਦੁਰਘਟਨਾਵਾਂ, ਸਹਿਜ ਘਟਨਾਵਾਂ, ਜੋ ਵੀ ਵਟਐਵਰ ਤੁਹਾਡੇ ਜੀਵਨ 'ਚ ਆਉਂਦਾ ਹੈ, ਜਿਹੜਾ ਤੁਹਾਨੂੰ ਉਹ ਪਲ ਛੈਣ, ਜੇ ਤੁਸੀਂ ਵਿਵੇਕੀ ਹੋ ਤਾਂ ਤੁਸੀਂ ਇਸ ਬੈਰਾਗ 'ਚ ਜਾ ਸਕਦੇ ਹੋ, ਤੇ ਜੇ ਵਿਵੇਕੀ ਨਹੀਂ ਹੋ ਤੇ ਫਿਰ ਬੈਰਾਗ 'ਚ ਜਾਣਾ ਬਹੁਤ ਮੁਸ਼ਕਲ ਹੁੰਦਾ ਵੀਰ। ਇਹ ਕਿਤੇ ਵਿਵੇਕੀ ਸੀਗਾ ਜਿਹੜਾ ਕਿਤੇ ਨਾ ਕਿਤੇ ਬੈਰਾਗ 'ਚ ਚਲੇ ਗਿਆ, ਤੇ ਹੁਣ ਜਦੋਂ ਕਵਿਤਾ ਲਿਖਦਾ ਫਿਰ ਉਹ ਚਾਹੇ ਓਕ ਲਿਖੇ ਤੇ ਚਾਹੇ ਤਾਇਆ ਨਾਥੀ ਰਾਮ ਲਿਖੇ, ਅਸੀਂ ਸਾਰੇ ਦ੍ਰਵਿਤ ਹੁੰਦੇ ਹਾਂ ਗੁਰਪ੍ਰੀਤ ਦੀ ਕਵਿਤਾ ਨੂੰ ਪੜ੍ਹਦੇ ਹਾਂ। ਪਰ ਗੁਰਪ੍ਰੀਤ ਸਾਹਿਤ ਦੇ ਮਨੋਰਥ ਨੂੰ ਲੈ ਕੇ ਡਾਇਰੀ ਦਾ ਇੱਕ ਪੰਨਾ ਲਿਖਦਾ ਕਿ ਸਾਹਿਤ ਦੀ ਸ਼ਕਤੀ, ਸਾਹਿਤ ਦਾ ਮਨੋਰਥ, ਸਾਹਿਤ ਜੋ ਵੀ, ਸਾਹਿਤ ਦੀ ਸ਼ਕਤੀ ਕੀ ਅਥਾਹ ਸ਼ਕਤੀ, ਕਿੰਨੀ ਸ਼ਕਤੀ ਹੈ ਸਾਹਿਤ ਦੇ ਵਿੱਚ, ਜਿਹਦਾ ਇੱਕ ਕਿਣਕਾ ਰੂਪ ਉਹ ਆਪਣੀ ਇਸ ਡਾਇਰੀ ਦੇ ਵਿੱਚ ਉਹਨੇ ਨੱਥੀ ਕੀਤਾ ਹੈ। ਔਰ ਉਹ ਇਸ ਡਾਇਰੀ ਦੀ ਬੈਕ ਸਾਈਡ ਦੇ ਉੱਤੇ ਵੀ 14 ਦਸੰਬਰ 2015 ਦਾ ਟੁਕੜਾ ਹੈ, ਛੋਟਾ ਜਿਹਾ ਟੁਕੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਆਪਾਂ ਜ਼ਿਆਦਾ ਉਤਸੁਕਤਾ ਤਾਂ ਮੈਂ ਜਗਾ ਹੀ ਦਿੱਤੀ ਹੈ, ਤੁਸੀਂ ਡਾਇਰੀ ਪੜ੍ਹੋਗੇ ਗੁਰਪ੍ਰੀਤ ਦੀ, ਇਹ ਮੈਨੂੰ ਪਤਾ ਹੈ ਮੈਨੂੰ ਸੁਣਨ ਤੋਂ ਬਾਅਦ। ਪਰ ਸਾਹਿਤ ਦੀ ਸ਼ਕਤੀ ਦਾ ਟੁਕੜਾ ਉਹਦਾ ਹੈ। ਅਸਗਰ ਵਜਾਹਤ ਹਿੰਦੀ ਦੇ ਨਾਟਕਕਾਰ, ਕਹਾਣੀਕਾਰ, ਪੇਂਟਰ ਤੇ ਫਿਲਮ ਮੇਕਰ ਹਨ। ਉਹਨਾਂ ਦੇ ਨਾਟਕ ਜਿਸ ਲਾਹੌਰ ਨਹੀਂ ਦੇਖਿਆ ਦੇ ਦੇਸ਼ ਵਿਦੇਸ਼ 'ਚ ਅਨੇਕਾਂ ਸ਼ੋਅ ਹੋਏ ਹਨ। ਉਹਨਾਂ ਨੇ ਆਪਣੇ ਇੱਕ ਆਰਟੀਕਲ ਵਿੱਚ ਸਿਰਜਣਾ ਦੀ ਪ੍ਰੇਰਣਾ ਤੇ ਉਮੀਦ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਨਾਟਕ ਦਾ ਇੱਕ ਸ਼ੋਅ ਸਿਡਨੀ ਵਿੱਚ ਹੋਇਆ। ਉਸ ਨਾਟਕ ਨੂੰ ਦੇਖਣ ਵਾਲਿਆਂ ਦੀਆਂ ਅਨੇਕਾਂ ਈਮੇਲਾਂ ਆਈਆਂ। ਇੱਕ ਸੱਜਣ ਨੇ ਲਿਖਿਆ ਸੀ ਕਿ ਉਹਦੀ ਪਤਨੀ ਦਾ ਆਈ ਡਕਟ ਆਪਰੇਸ਼ਨ ਹੋਣ ਵਾਲਾ ਸੀ। ਅੱਖਾਂ ਵਿੱਚ ਜਦੋਂ ਪਾਣੀ ਨਹੀਂ ਆਉਂਦਾ ਤਾਂ ਅੱਖਾਂ ਸੁੱਕ ਜਾਂਦੀਆਂ ਹਨ, ਉਦੋਂ ਇਹ ਛੋਟਾ ਜਿਹਾ ਆਪਰੇਸ਼ਨ ਹੁੰਦਾ ਹੈ। ਉਹਦੀ ਪਤਨੀ ਨਾਟਕ ਦੇਖ ਕੇ ਬਹੁਤ ਰੋਈ। ਅਗਲੇ ਦਿਨ ਆਪਰੇਸ਼ਨ ਲਈ ਡਾਕਟਰ ਕੋਲ ਗਈ ਤਾਂ ਉਹਨੇ ਕਿਹਾ ਹੁਣ ਇਸ ਦੀ ਲੋੜ ਨਹੀਂ, ਅੱਖਾਂ ਦੀਆਂ ਨਸਾਂ ਆਪਰੇਸ਼ਨ ਨਾਲ ਖੋਲ੍ਹਣੀਆਂ ਸਨ, ਹੁਣ ਇਹ ਆਪਣੇ ਆਪ ਹੀ ਖੁੱਲ੍ਹ ਗਈਆਂ ਹਨ। ਸੋ ਕਲਾ ਦਾ ਅਸਰ ਮਨ ਦੀਆਂ ਹੀ ਨਹੀਂ, ਸਰੀਰ ਦੀਆਂ ਗੰਢਾਂ ਵੀ ਖੋਲ੍ਹ ਦਿੰਦਾ ਹੈ। This is how Gurpreet celebrates the literature. I think ਇਹ ਤੋਂ ਗਾਂ ਕੀ ਗੱਲਾਂ ਕਰਨੀਆਂ ਯਾਰ। Thank you very much.